स्वागत। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार सुरिंदर सिंह योधका, प्रोफैसर जवाहर लाल नेहरू यूनिवर्सिटी नवीं दिल्ली तो, और इन्हां दे नाल ने डॉक्टर बलकार सिंह पंजाबी यूनिवर्सिटी पटियाला तो, डायरैक्टर ने पंजाबी वर्ल्ड सेंटर दे। दोनों नूं जी आया। सत श्री अकाल। शुक्रिया जी, शुक्रिया। सत श्री अकाल। ਜਦੋਂ ਵੀ ਸਿੱਖ ਮਾਮਲਿਆਂ ਤੇ ਗੱਲ ਕਰਨੀ ਹੁੰਦੀ ਆ, ਉਦੋਂ ਸੰਜੀਦਗੀ ਤੇ ਸੰਵੇਦਨਸ਼ੀਲਤਾ ਦੋਨੋਂ ਨਾਲ ਤੁਰਦੀਆਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਇੱਕ 9 ਮੈਂਬਰੀ ਕਮੇਟੀ ਐਲਾਨੀ। ਇਹਦੇ ਵਿੱਚ ਕਈ ਪਹਿਲੂ ਐਸੇ ਆ ਜਿਹੜੇ ਦੇਰ ਤੋਂ ਲਟਕਦੇ ਆ ਔਰ ਬੜਾ ਅੱਛਾ ਇਹਨੂੰ ਆਗਾਜ਼ ਕਹਿ ਸਕਦੇ ਆ, ਲੇਕਿਨ ਜਿਹੜੇ ਨੁਕਤਿਆਂ ਦੇ ਉੱਤੇ ਗੱਲ ਹੋਣੀ ਬਣਦੀ ਆ ਕਿ ਅਕਾਲੀ ਪੋਲਿਟਿਕਸ ਸੈਂਟਰ ਪੁਆਇੰਟ ਕਿਵੇਂ ਬਣੇ, ਧੁਰਾ ਕਿਵੇਂ ਬਣੇ, ਇਹ ਮੂਲ ਥੀਮ ਲੱਗਦਾ ਹੈ। ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਹੋਂਦ ਔਰ ਅਕਾਲੀਆਂ ਦਾ ਮੁੜ ਕੇ ਮੇਨ ਫੋਕਸ ਵਿੱਚ ਹੋਣਾ ਅਕਸਰ ਚਰਚਾ 'ਚ ਰਹਿੰਦਾ ਹੈ, ਔਰ ਉਹ ਕਿਸ ਰੂਪ 'ਚ ਹੋਣ ਤੇ ਕਿਵੇਂ ਹੋਣ। ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਪੋਲਿਟਿਕਸ ਦਾ ਜਿਹੜਾ ਸਿੱਖ ਪਹਿਲੂ ਆ ਉਹਨੂੰ ਵੱਖਰਾ ਕਰਕੇ ਦੇਖਣਾ ਸੰਭਵ ਨਹੀਂ ਹੈ। ਮੁੱਦਾ ਭਾਵੇਂ ਬਿਲਕੁਲ ਅਕਹਿਰਾ, ਮੁੱਦਾ ਭਾਵੇਂ ਦੇਰ ਤੋਂ ਲਟਕਿਆ ਹੋਇਆ, ਪਰ ਇਹ ਬਹੁਤ ਦਿਸ਼ਾਵੀ ਆ। ਇਹਨੂੰ ਤੁਸੀਂ ਮੌਜੂਦਾ ਪਰਿਸਥਿਤੀਆਂ ਦੀ ਪ੍ਰਸੰਗਿਕਤਾ ਵਿੱਚ ਦੇਖੇ ਬਿਨਾਂ ਸੋਚ ਵੀ ਨਹੀਂ ਸਕਦੇ। ਸੋ ਸਭ ਤੋਂ ਪਹਿਲਾਂ ਮੈਂ ਪ੍ਰੋਫੈਸਰ ਬਲਕਾਰ ਸਿੰਘ ਹੋਣਾ ਤੋਂ ਮੁੱਢਲੇ ਸ਼ਬਦ ਲੈ ਲਵਾਂ ਕਿ ਮੈਂ ਕਿਤੇ ਗਲਤੀ ਤਾਂ ਨਹੀਂ ਕਰ ਰਿਹਾ। ਇਹ ਸਿੱਖ ਪੋਲਿਟਿਕਸ ਦੀ ਮੁੜ ਕੇ ਔਰ ਅਕਾਲੀ ਪੋਲਿਟਿਕਸ ਦੀ ਮੁੜ ਕੇ ਜਿਹੜੀ ਕੇਂਦਰੀਕਰਨ ਹੈ, ਮੁੜ ਕੇ ਇਸ ਖਿੱਤੇ ਦੇ ਵਿੱਚ ਮੂਲ ਧੁਰੇ ਵਾਂਗ ਵਿਚਰਨਾ ਜਾਂ ਉਹਦੀ ਸਰਵਾਈਵਲ ਤੇ ਰਿਵਾਈਵਲ ਇਹਦੇ ਦੁਆਲੇ ਘੁੰਮਦੀ ਹੈ ਗੱਲ, ਜਾਂ ਸੱਚਮੁੱਚ ਸਿੱਖ ਲੀਡਰਸ਼ਿਪ ਹੁਣ ਖਾਸ ਤੌਰ ਤੇ ਅਕਾਲੀ ਲੀਡਰਸ਼ਿਪ ਇੰਨੀ ਸੁਹਿਰਦ ਹੋ ਗਈ ਆ ਕਿ ਬੰਦੀ ਸਿੱਖ ਮੇਨ ਥੀਮ ਹੈ। ਮੁੱਢਲਾ ਸਵਾਲ ਹੈ, ਇਹਨੂੰ ਆਪਾਂ ਇੰਜ ਮੰਨ ਲਈਏ। ਵੈਸੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਚੰਗੇ ਇਨਸਾਨ ਨੇ ਬਜਾਤੇ ਖੁਦ। ਮੈਨੂੰ ਸਰਦਾਰ ਬਲਕਾਰ ਸਿੰਘ ਗੱਲ ਤੋਰ ਕੇ ਦੱਸਿਓ, ਗੱਲ ਤੋਰੀਏ ਕਿਵੇਂ? ਰੰਧਾਵਾ ਸਾਹਿਬ, ਬਹੁਤ ਤੁਸੀਂ ਜਿਹੜਾ ਇਸ਼ੂ ਲਿਆ ਹੈ ਉਹ ਬਹੁਤ ਹੀ ਹੈਗਾ, ਲੋੜੀਂਦਾ ਹੈ ਇਸ ਵੇਲੇ, ਕਿਉਂਕਿ ਸਿੱਖ ਕੌਮ ਜਿਹੜੀ ਹੈ, ਸਿੱਖ ਕੌਮੀਅਤ ਜਾਂ ਸਿੱਖ ਸਾਰੇ ਜਿਹੜੇ ਵਰਲਡ ਓਵਰ ਨੇ, ਉਹ ਇਸ ਗੱਲ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਨੇ ਤੇ ਮੈਂ ਵੀ ਉਹਨਾਂ ਵਿੱਚੋਂ ਹੀ ਹਾਂ। ਮੈਂ ਇਹ ਸਮਝਦਾ ਕਿ ਇਹਦੇ ਮੇਰੇ ਦੋ ਪੱਖ ਮੈਂ ਲੈ ਰਿਹਾ। ਇੱਕ ਤੇ ਯੁੱਗ ਜਿਹੜਾ ਸਾਡਾ ਸਿੱਖ ਪੋਲਿਟਿਕਸ ਦਾ, ਇਹ ਸਫਬੰਦੀਆਂ ਦਾ ਯੁੱਗ ਹੈ। ਸਫਬੰਦੀ ਮੈਂ ਕਲੀਅਰ ਕਰ ਦਿਆਂ ਮੁੱਢ ਵਿੱਚ ਕਿ ਸਿਆਸਤ ਤੇ ਧਰਮ ਵਿਚਕਾਰ ਹੈ। ਇਸ ਵੇਲੇ ਪਹਿਲੀ ਵਾਰ ਜਿਹੜੀ ਧਰਮ ਦੀ ਸਿਆਸਤ ਸਫਬੰਦੀ ਆ, ਉਹਦੇ ਤੋਂ ਅਕਾਲੀ ਜਿਹੜੇ ਸਿਆਸਤਦਾਨ ਨੇ, ਸਿੱਖ ਸਿਆਸਤਦਾਨ, ਉਹ ਆਤੰਕਤ ਹੋਏ। ਉਹਨਾਂ ਨੂੰ ਲੱਗਿਆ ਵੀ ਇਹ ਤੇ ਮਤਲਬ ਜੇ ਧਰਮ ਵਾਲੇ ਇਕੱਠੇ ਹੋ ਗਏ ਤੇ ਸਾਡਾ ਮਤਲਬ ਵੋਟ ਬੈਂਕ ਹੀ ਜਾਂਦਾ ਰਹੂਗਾ। ਉਹ ਅਕਾਲੀਆਂ ਨਾਲ ਤੇ ਵਾਪਰ ਗਿਆ ਜੋ ਵਾਪਰਨਾ ਸੀਗਾ ਨਤੀਜਿਆਂ 'ਚ। ਪਰ ਜਿਹੜੀ ਹੁਣ ਇਸ ਵੇਲੇ ਉਹਨਾਂ ਨੂੰ ਫਿਕਰ ਲੱਗਿਆ ਹੋਇਆ, ਉਹ ਮੁੜ ਕੇ ਜਿਹੜੀ ਧਰਮ ਦੀ ਸਫਬੰਦੀ ਆ ਉਹਨੂੰ ਤੋੜ ਕੇ ਉਹਨੂੰ ਸਿਆਸੀ ਸਫਬੰਦੀ ਵਿੱਚ ਰੋਲਣਾ ਚਾਹੁੰਦੇ ਨੇ। ਉਹਦਾ ਕਿਉਂ ਮੈਂ ਕਹਿ ਰਿਹਾ ਇਸ ਕਰਕੇ, ਇਹ ਮੈਂ ਰੰਧਾਵਾ ਸਾਹਿਬ ਤੁਹਾਡੇ ਦੋਨਾਂ ਨਾਲ ਇਸ ਕਰਕੇ ਸਾਂਝਾ ਕਰਨਾ ਚਾਹੁੰਦਾ ਕਿ ਇਸ ਵੇਲੇ ਜਿੰਨੀਆਂ ਪ੍ਰੋਬਲਮ ਨੇ ਸਿੱਖਾਂ ਦੀਆਂ, ਉਹਦੀਆਂ ਪ੍ਰੋਬਲਮਾਂ ਵਿੱਚੋਂ 99% ਪ੍ਰੋਬਲਮ ਜਿਹੜੀਆਂ ਨੇ ਉਹ ਸਿੱਖ ਸਿਆਸਤਦਾਨਾਂ ਦੇ ਪੈਰੋਂ ਪੈਦਾ ਹੋਈਆਂ ਨੇ। ਤੇ ਉਹਨੂੰ ਜਦੋਂ ਅਸੀਂ ਸਿੱਖ ਸਿਆਸਤ ਰਾਹੀਂ ਹੱਲ ਕਰਾਂਗੇ ਤੇ ਉਹ 99 ਦੀ ਥਾਂ ਤੇ 200% ਹੋ ਜਾਣਗੀਆਂ ਤੇ ਹੋ ਹੀ ਜਾ ਰਹੀਆਂ ਨੇ। ਇੱਕ ਮੇਰੀ ਮਤਲਬ ਬੇਸਿਕ ਧਾਰਨਾ ਇਹ ਹੈ ਕਿ ਸਿਚੁਏਸ਼ਨ ਇਸ ਤਰ੍ਹਾਂ ਸਮਝਣਾ ਚਾਹੀਦਾ। ਹੁਣ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਚੱਲੀ। ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਜਿਹੜਾ ਤੁਸੀਂ ਮਤਲਬ ਜਿਹੜੀ ਹੈ ਨਾ, ਮਤਲਬ ਜੇਲ੍ਹ ਕਲੋਨੀਅਲ ਹੁਕੂਮਤ ਵੇਲੇ ਸੀ, ਉਦੋਂ ਸੋਚੋ ਉਹਨਾਂ ਨੇ ਦੇਸ਼ ਧਰੋਹੀ ਦਾ ਜਿਹੜਾ ਕਾਨੂੰਨ ਬਣਾਇਆ ਸੀ, ਉਹਦੇ 'ਚ ਇੱਕੋ ਹੀ ਪ੍ਰੋਵੀਜ਼ਨ ਸੀ ਵਾਪਸ ਆਉਣ ਦੀ, ਮਾਫੀ ਮੰਗੋ ਤਾਂ ਚਲੇ ਜਾਓ, ਜਿੰਨੇ ਚਿਰ ਨਹੀਂ ਮੰਗਦੇ ਅੰਦਰ ਹੋ। ਹੁਣ ਇਹ ਹੈ ਕਿ ਉੱਥੋਂ ਮਤਲਬ ਜਿਹੜੀ ਮਤਲਬ ਕਾਲੇ ਪਾਣੀਆਂ ਦੀ ਜੇਲ੍ਹਾਂ ਵਿੱਚੋਂ ਲੋਕ ਮਾਫੀ ਮੰਗ ਕੇ ਆਉਂਦੇ ਰਹੇ। ਜੇ ਉੱਥੇ ਅੜੇ ਰਹੇ ਸਿੱਖ ਜਿਹੜਾ ਮਾਫੀ ਮੰਗਣ ਜਾਣਦਾ ਨਹੀਂ ਤੇ ਉਹ ਅੰਦਰ ਹੈ। ਦੇਸ਼ ਧਰੋਹ ਦੇ ਕਾਨੂੰਨ ਦੇ ਵਿੱਚ ਸੁਪਰੀਮ ਕੋਰਟ ਨੇ ਕਹਿ ਦਿੱਤਾ ਇਹ ਕਿ ਜਿਹੜੇ ਅਫੈਕਟਡ ਨੇ ਉਹਨਾਂ ਨੂੰ ਮਤਲਬ ਰਿਲੀਫ ਮਿਲ ਸਕਦੀ ਹੈ, ਲੈ ਸਕਦੇ ਨੇ। ਹੁਣ ਇਸ ਵੇਲੇ ਮੌਕਾ ਇਹ ਸੀ ਵੀ ਅਸੀਂ ਉਹ ਰਿਲੀਫ ਲੈਂਦੇ ਕਿ ਸਾਡੇ ਤੇ ਜਿਹੜੇ ਦੇਸ਼ ਧਰੋਹੀ ਦੇ ਕਾਨੂੰਨ 'ਚ ਅੰਦਰ ਬੰਦੇ ਬਿਠਾਏ ਬੰਦੇ, ਉਹਨਾਂ ਨੂੰ ਛੱਡੋ, ਉਹਨਾਂ ਦੀ ਜ਼ਮਾਨਤਾਂ ਕਰੋ, ਉਹਨਾਂ ਨੂੰ ਬਾਹਰ ਆਉਣ ਦਿਓ। ਉਸ ਪਾਸੇ ਅਸੀਂ ਤੁਰ ਨਹੀਂ ਰਹੇ। ਅਸੀਂ ਤੇ ਕਹਿ ਰਹੇ ਹਾਂ ਵੀ ਇਹ ਮੁੱਦਾ ਜਿਹੜਾ ਹੈ, ਇਹਦੇ ਰਾਹੀਂ ਅਸੀਂ ਆਪਣੀ ਸਿਆਸੀ ਰੋਟੀਆਂ ਕਿਵੇਂ ਸੇਕ ਸਕਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਇਹਨਾਂ ਵਿੱਚੋਂ ਸਿੰਸੀਅਰਲੀ ਉਹਨਾਂ ਨੂੰ ਛਡਾਉਣ ਦੇ ਹੱਕ ਵਿੱਚ ਹੈ। ਹਾਲਾਂਕਿ ਮਤਲਬ ਸਿਆਸਤਦਾਨ ਦੀ ਪ੍ਰੋਬਲਮ ਇਹ ਹੈ ਨਾ, ਜਿਹੜੀ ਸਮੱਸਿਆ ਦੇ ਦੁਆਲੇ ਉਹਨੇ ਆਪਣੀ ਸਿਆਸਤ ਉਲਣੀ ਹੈ, ਉਹਦੇ ਉਹ ਸਮੱਸਿਆ ਨੂੰ ਕਿਉਂ ਮੁੱਕਣ ਦੇਗਾ? ਉਹ
ਕੋਈ ਅਜੇ ਤੱਕ ਸਿਆਸਤਦਾਨ ਨੇ ਕਦੇ ਕੋਈ ਸਮੱਸਿਆ ਮੁੱਕਣ ਨਹੀਂ ਦਿੱਤੀ। ਮੈਂ ਇਹ ਸਮਝਦਾ ਹਾਂ ਕਿ ਸਿਆਸਤ ਇੰਨੀ ਮਾੜੀ ਹੈ ਕਿ ਇਹ 2% ਵਰਸਸ 98% ਹੈ ਸਿੱਖ ਰੈਫਰੈਂਸ ਨਾਲ। ਸਿੱਖ ਸਿਆਸਤਦਾਨਾਂ ਦੀ ਗਿਣਤੀ 2% ਤੋਂ ਘੱਟ ਹੈ, ਪਰ 98% ਜਿਹੜੇ ਨੇ ਉਹਨਾਂ ਦੀਆਂ ਕੀਤੀਆਂ ਭੁਗਤੀ ਜਾਂਦੇ ਨੇ। ਮੈਂ ਤਾਂ ਕੋਈ ਗੱਲ ਨਹੀਂ ਕੀਤੀ। ਗਲਤੀਆਂ ਤੇ ਜਿਹੜੀਆਂ ਅਕਾਲੀ ਦਲ ਨੇ ਕੀਤੀਆਂ ਹੋਣਗੀਆਂ, ਮੈਂ ਤਾਂ ਨਹੀਂ ਕੀਤੀਆਂ, ਮਤਲਬ ਮਾਨ ਦਲ ਨੇ ਕੀਤੀਆਂ ਹੋਣਗੀਆਂ, ਮੈਂ ਤਾਂ ਨਹੀਂ ਕੀਤੀਆਂ, ਪਰ ਉਹਦੀ ਸਜ਼ਾ ਮੈਂ ਭੁਗਤੀ ਹੈ ਬਰਾਬਰ। ਮੈਨੂੰ ਮਤਲਬ ਇਹ ਇਤਰਾਜ਼ ਇਹ ਹੈ ਕਿ ਭਾਈ ਸਿੱਖ ਨੂੰ ਸਿੱਖ ਵਾਂਗੂ ਜੀਉਣ ਦਿਓ। ਵਿਧਾਨ ਜੀਉਣ ਦਿੰਦਾ ਹੈ, ਤੁਸੀਂ ਨਹੀਂ ਜੀਉਣ ਦਿੰਦੇ। ਤੁਸੀਂ ਮਤਲਬ ਵਿਧਾਨ ਨੂੰ ਵੀ ਸਾਡੇ ਖਿਲਾਫ ਭੁਗਤਾਈ ਜਾਂਦੇ ਹੋ। ਹੁਣ ਐਸੋਸੀਏਸ਼ਨ ਕਮੇਟੀ ਬਣੀ ਹੈ, ਜਿਹੜੀ ਕਮੇਟੀ ਬਣੀ ਹੈ, ਉਸ ਕਮੇਟੀ ਵਿੱਚ ਮੈਨੂੰ ਇਹ ਦੱਸੋ ਵੀ ਉੱਥੇ ਸਿੱਖ ਦੇ ਤੌਰ ਤੇ ਕੌਣ ਐਂਟਰ ਕੀਤਾ ਹੈ? ਉੱਥੇ ਸਿਆਸਤਦਾਨ ਦੇ ਐਂਟਰ ਕੀਤਾ। ਜੇ ਦਾਦੂਵਾਲ ਆ ਗਿਆ ਹੈ ਤੇ ਦਾਦੂਵਾਲ ਤੇ ਹਰਿਆਣਾ ਕਮੇਟੀ ਦਾ ਪ੍ਰਧਾਨ ਦੇ ਤੌਰ ਤੇ ਆਇਆ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਤੇ ਨਾ ਸਾਰੇ ਪੰਥ ਨੇ ਬਾਦਲ ਪਰਿਵਾਰ ਨੂੰ ਇਹ ਦੱਸਤਾ ਕਿ ਤੁਸੀਂ ਅਕਾਲੀ ਨਹੀਂ ਹੋ। ਹੁਣ ਉਹੀ ਪਹਿਲੋਂ ਅਕਾਲੀ ਹੋ ਰਹੇ ਨੇ ਇਹਦੇ ਰਾਹੀਂ, ਤੇ ਉਹਦੇ ਚ ਉਹ ਬੰਦੇ ਜਿਹੜੇ ਨੇ ਉਹਨਾਂ ਦਾ ਸਾਥ ਦੇ ਰਹੇ ਨੇ, ਜਿਹੜੇ ਬੰਦੇ ਉਹਨਾਂ ਨੂੰ ਪਾਣੀ ਪੀ ਗਾਲਾਂ ਕੱਢਦੇ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਮਾਨ ਸਾਹਿਬ ਦੇ ਬੈਠਿਆ ਹੋਇਆ ਖਾਲਸਾ ਦਾ ਇੱਧਰ ਮਤਲਬ ਸੋਚਿਆ ਜਾ ਸਕਦਾ ਹੈ? ਮੈਂ ਜੋਤਕਾ ਸਾਹਿਬ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਮੈਂ ਉਸ ਅੰਮ੍ਰਿਤਸਰ ਰੈਜ਼ੋਲੂਸ਼ਨ ਦਾ ਹਿੱਸਾ ਸੀ ਜਿਹਦੇ ਨਾਲ ਸਾਰਾ ਪੰਥ ਇਕੱਠਾ ਹੋਇਆ ਸੀ ਤੇ ਬੇਅੰਤ ਸਿੰਘ ਦੇ ਖਿਲਾਫ ਇਕੱਠਾ ਹੋ ਕੇ ਉਹ ਸਰਕਾਰ ਵੀ ਬਣ ਗਈ ਸੀ। ਪਰ ਉਹਦੇ ਵਿੱਚ ਜਦੋਂ ਸਾਰੇ ਇਕੱਠੇ ਹੋ ਕੇ ਸੁਨਾਮ ਸੁਰਜੀਤ ਸਿੰਘ ਬਰਨਾਲੇ ਨੇ ਸਾਰੀ ਮਿਹਨਤ ਕਰਕੇ ਕਾਨਫਰੰਸ ਰੱਖੀ, ਚੰਗੇ ਬੜੀ ਸਾਰਾ ਕੁਝ ਚੱਲ ਰਿਹਾ ਸੀ। ਮਾਨ ਸਾਹਿਬ ਉੱਠੇ ਔਰ ਉਹਨਾਂ ਖਾਲਿਸਤਾਨ ਦਾ ਆਪਣਾ ਝੰਡਾ ਕੱਢ ਦਿੱਤਾ ਤੇ ਨਾਲ ਦੀ ਨਾਲ ਹੀ ਸਾਰਾ ਉੱਥੇ ਹੀ ਤਹਿਸ-ਨਹਿਸ ਹੋ ਗਿਆ ਤੇ ਉਹਦੇ ਵਿੱਚੋਂ ਬਾਦਲ ਜਿਹੜਾ ਉਹ ਨਿਕਲ ਕੇ ਬਾਹਰ ਹੋ ਗਿਆ, ਉਹ ਮਾਲਕ ਬਣ ਗਿਆ ਤੇ ਸਾਰੇ ਜਣੇ ਬਾਕੀ ਮਾਨ ਸਾਹਿਬ ਦੀ ਮਤਲਬ ਸਿਆਸਤ ਦੀ ਭੇਟ ਚੜ ਗਏ। ਹੁਣ ਮੈਨੂੰ ਤੇ ਸ਼ੱਕ ਇਹ ਹੈ ਕਿ ਮੈਂ ਇਸ ਬਜ਼ੁਰਗੀ ਵਿੱਚ ਇਹ ਸੋਚ ਰਿਹਾ ਕਿ ਮੈਂ ਕਿਹੜਾ ਭੇਟ ਚੜਨਾ ਹੈ, ਮੈਨੂੰ ਉਹ ਨਜ਼ਰ ਆ ਰਹੇ ਨੇ। ਜੀ ਤੁਸੀਂ ਬਹੁਤ ਮਤਲਬ ਐਸ ਇੰਨੀ ਮਾੜੀ ਸਿਚੁਏਸ਼ਨ ਮੈਨੂੰ ਮੇਰੀ ਪੋਜੀਸ਼ਨ ਜਿਹੜੀ ਹੈ ਇਹਦੇ ਬਾਰੇ ਮੁੱਢਲੀ ਇਹ ਹੈ। ਅੱਗੋਂ ਜੋ ਤੁਸੀਂ ਗੱਲ ਕਰੋਗੇ ਉਹਦੇ ਤੇ ਜੋਤਕਾ ਸਾਹਿਬ ਤੋਂ ਸੁਣ ਲੈਂਦੇ ਹਾਂ, ਕਿਉਂਕਿ ਮੈਂ ਪੰਜਾਬ 'ਚ ਬੈਠਾ ਹੋਇਆ ਡਿਫਰੈਂਟ ਕਿਸਮ ਦੀ ਹੋਣੀ ਭੋਗ ਰਿਹਾ ਤੇ ਇਹ ਦਿੱਲੀ 'ਚ ਬੈਠੇ ਹੋਏ ਡਿਫਰੈਂਟ ਕਿਸਮ ਦੀ ਹੋਣੀ ਭੋਗ ਰਹੇ ਨੇ, ਪਰ ਅਸੀਂ ਦੋਨੇ ਸਿਆਸਤਦਾਨਾਂ ਦੇ ਪੈਰੋਂ ਖੁਆਰ ਹੋ ਰਹੇ ਹਾਂ ਤੇ ਇਹ ਜਿਹੜੇ ਮਿਲੇ ਨੇ ਨਾ, ਇਹ ਖੁਆਰ ਹੋਏ ਮਿਲੇ ਨੇ। ਸਾਡਾ ਰਾਹ ਖੁਆਰ ਹੋਇਆ ਮਿਲਣ ਦਾ ਜਿਹੜਾ ਇਹ ਬੰਦ ਕਰ ਰਹੇ ਨੇ। ਡਾਕਟਰ ਬਲਕਾਰ ਸਿੰਘ ਵਾਲਾ ਪਹਿਲੂ ਦੋਸਤੋ ਤੁਸੀਂ ਸੁਣਿਆ ਹੈ, ਔਰ ਇਹਦੇ ਵਿੱਚ ਜਜ਼ਬਾਤ ਵੀ ਆ, ਇਹਦੇ ਵਿੱਚ ਇਤਿਹਾਸ ਵੀ ਹੈ, ਔਰ ਜੋ ਵੀ ਅਸੀਂ ਹੰਢਾਇਆ ਪਿਛਲੇ ਸਮੇਂ 'ਚ ਉਹ ਸੱਚ ਵੀ ਕੁਝ ਹੈਗੇ। ਮੈਂ ਜੋਤਕਾ ਸਾਹਿਬ ਜਦੋਂ ਤੁਹਾਨੂੰ ਦੇਖਦਾ ਹੈ ਤਾਂ ਮੈਨੂੰ ਥੋੜਾ ਜਿਹਾ ਹੋਰ ਗਹਿਰੇ ਤਰੀਕੇ ਨਾਲ ਦੇਖਣ ਦਾ ਮੌਕਾ ਮਿਲਦਾ ਤੁਹਾਨੂੰ ਸੁਣ ਕੇ। ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਗੱਲ ਦੇ ਉੱਤੇ ਅੜ ਕੇ ਆਪਣਾ ਮਨਵਾਉਣ ਦੀ ਕੋਸ਼ਿਸ਼ ਕਰਾਂਗੇ, ਜਿਹੜੀ ਸਟੇਟ ਆ ਉਹ ਸਟੇਟ ਕਿਸੇ ਹੋਰ ਨੂੰ ਜਿਹੜਾ ਉਹਦਾ ਸ਼੍ਰੇ ਹੈ ਜਾਂ ਉਹਦਾ ਕ੍ਰੈਡਿਟ ਕਿਉਂ ਦੇਣਾ ਚਾਹੂਗੀ, ਜਦੋਂ ਕਿ ਸਟੇਟ ਵੀ ਆਪਣੇ ਪੱਧਰ ਤੇ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੀ ਸੀਗੀ ਕਿ ਅਸੀਂ ਸਿੱਖਾਂ ਦੇ ਵਿੱਚ ਸਥਾਨ ਬਣਾਉਣਾ ਹੈ। ਭਾਰਤੀ ਸਟੇਟ ਦੇ ਵਿੱਚ ਮੋਦੀ ਸਾਹਿਬ ਨੇ ਇਹ ਐਫਰਟਸ ਕਈ ਤਰੀਕੇ ਨਾਲ ਜਿੱਥੋਂ ਵੀ ਹੋਏ ਵੱਖਰੀ ਗੱਲ ਆ, ਲੇਕਿਨ ਇਹ ਜੇ ਇੱਕ ਤਰ੍ਹਾਂ ਨਾਲ ਉਹ ਵੀ ਕਰ ਰਹੇ ਸੀ, ਲੇਕਿਨ ਹੁਣ ਇਹ ਕਮੇਟੀ ਬਣ ਗਈ, ਬਹੁਤ ਹੀ ਚੰਗਾ ਹੋਇਆ। ਬੰਦੀ ਸਿੱਖ ਇੱਕ ਦਿਨ ਵੀ ਆਪਣੀ ਜਿੰਨੀ ਉਹਨਾਂ ਨੂੰ ਸਜ਼ਾ ਮਿਲੀ ਹੈ ਉਸ ਤੋਂ ਵੱਧ ਕਿਉਂ ਭੋਗਣ? ਭਾਰਤੀ ਕਾਨੂੰਨ ਅਨੁਸਾਰ ਜਦੋਂ ਹੱਕਦਾਰ ਨੇ ਤਾਂ ਉਹਨਾਂ ਨੂੰ ਬਾਹਰ ਆਉਣਾ ਹੀ ਚਾਹੀਦਾ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਆ। ਬਾਕੀ ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਬਲਕਾਰ ਸਿੰਘ ਹੋਣਾ, ਕਿ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਆ ਕਿ ਜਿਹੜੇ ਪ੍ਰਭਾਵਿਤ ਹੋਏ ਉਹ ਸਾਡੇ ਕੋਲ ਆਓ, ਆਪਣੇ ਕੇਸ ਲੈ ਕੇ ਆਓ, ਅਸੀਂ ਸੁਣਾਂਗੇ। ਇਹ ਉਹਨਾਂ ਨੇ ਕਿਹਾ, ਮਾਣਯੋਗ ਜੱਜ ਸਾਹਿਬਾਨ ਨੇ। ਸੋ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਇਹਦੇ ਨਾਲ ਸਥਿਤੀ ਕੰਪਲੈਕਸ ਹੋ ਜਾਊਗੀ ਜਾਂ ਸਰਲ ਹੋ ਜਾਊਗੀ, ਨੰਬਰ 1। ਦੂਜਾ, ਜੇ ਇਹਦੇ ਵਿੱਚੋਂ ਕੋਈ ਧਿਰਾਂ ਆਪਣੀ ਸਿਆਸੀ ਸਰਵਾਈਵਲ ਦੇਖ ਰਹੀਆਂ ਤਾਂ ਕੀ ਆਮ ਸਿੱਖ ਇੰਨਾ ਸਧਾਰਨ ਸਮਝ ਵਾਲਾ ਹੈ ਕਿ ਉਹ ਇਸ ਉਲਝਣ 'ਚ ਉਲਝ ਜਾਊਗਾ ਜਾਂ ਇਹ ਜਾਲ ਜਿਹੜਾ ਫੈਲਾਤਾ ਗਿਆ ਉਹ ਉਹਦੇ 'ਚ ਫਸ ਜਾਊਗਾ? ਇਹ ਦੋ ਪਹਿਲੂ ਆ। ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਸਥਿਤੀ ਹੈ ਕਿਹੋ ਜਿਹੀ ਹੈ? ਇਹ ਕੰਪਲੈਕਸ ਆ, ਬੜੀ ਸਰਲ ਹੈ, ਜਿੱਦਾਂ ਦਿਸਦੀ ਉਦਾਂ ਦੀ ਆ, ਜਾਂ ਇਹਦੇ ਕੋਈ ਹੋਰ ਛੁਪਵੇਂ ਪਹਿਲੂ ਵੀ ਆ? ਪਹਿਲੀ ਗੱਲ ਜਿਹੜੀ ਉਹ ਸਾਹ ਸਾਹਿਬ ਨੇ ਕਹੀ ਸੀ, ਬਲਕਾਰ ਸਿੰਘ ਜੀ ਨੇ, ਕਿ ਅਸੀਂ ਕਿਧਰੇ ਨਾ ਕਿਧਰੇ ਜਿਹੜੀ ਸਿੱਖ ਪੋਲੀਟੀਸ਼ੀਅਨ ਆ ਉਹਦੇ ਟ੍ਰੈਪ ਵਿੱਚ ਫਸੇ ਹੋਏ ਆ। ਇਹਦੇ ਕੋਈ ਸ਼ੱਕ ਦੀ ਗੱਲ ਨਹੀਂ। ਤੇ ਸਿੱਖ ਪੋਲੀਟੀਸ਼ੀਅਨ ਜਿਹੜਾ ਹੈਗਾ ਉਹ ਕੋਈ ਲੰਬਾ ਚੌੜਾ ਸਿਆਣਾ ਪੋਲੀਟੀਸ਼ੀਅਨ ਨਹੀਂ ਨਿਕਲਿਆ। ਉਹ ਬੜਾ ਸੈਲਫ ਸਰਵਿੰਗ ਹੋ ਗਿਆ ਪਿਛਲੇ 2-3 ਦਹਾਕਿਆਂ 'ਚ ਅਸੀਂ ਦੇਖਿਆ। ਉਸ ਕਰਕੇ ਕੌਮ ਨੂੰ ਨੁਕਸਾਨ ਵੀ ਹੋਇਆ। ਪਰ ਉਸ ਦੇ ਚੋਂ ਨਿਕਲਣ ਦਾ ਤਰੀਕਾ ਜਿਹੜਾ ਹੈਗਾ ਉਹ ਪੋਲੀਟਿਕਸ ਦੇ ਵਿੱਚੋਂ ਹੀ ਨਿਕਲੇਗਾ। ਇਹ ਨਹੀਂ ਕਹਿ ਸਕਦੇ ਕਿ ਤੁਸੀਂ ਪੋਲੀਟਿਕਸ ਨੂੰ ਸਾਈਡ ਤੇ ਕਰ ਦਿਓ
ਤੇ ਬਿਲਕੁਲ ਆਪਣਾ ਤੁਸੀਂ ਸਿੱਖੀ ਦੀ ਗੱਲ ਕਰੋ, ਰਿਲੀਜਨ ਦੀ ਗੱਲ ਕਰੋ, ਸਿੱਖਾਂ ਦੇ ਵਿੱਚ ਤਾਂ ਉਸ ਤਰ੍ਹਾਂ ਦੀ ਕੋਈ ਚੀਜ਼ ਹੈ ਨਹੀਂਗੀ। ਸਿੱਖੀ ਤਾਂ ਸ਼ੁਰੂ ਹੀ ਮਤਲਬ ਕਿਸੇ ਪੋਲੀਟੀਕਲ ਰਿਲੀਜਨ ਹੈ ਕਿਸ ਹਿਸਾਬ ਦੇ ਨਾਲ, ਤੇ ਪੋਲਿਟਿਕਸ ਨੂੰ ਸਮਝਣਾ ਸਿੱਖਾਂ ਦੇ ਵਾਸਤੇ ਔਖਾ ਵੀ ਨਹੀਂ ਹੈਗਾ। ਤੇ ਪਰ ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰਦੇ ਆ, ਉਹਦੇ ਦੇ ਵਿੱਚ ਫਿਰ ਕਈ ਚੀਜ਼ਾਂ ਦੇਖਣੀਆਂ ਪੈਣਾ ਸਾਨੂੰ। ਇੱਕ ਤਾਂ ਇਮੀਡੀਏਟ ਕੰਟੈਕਸਟ ਸਾਡਾ ਕੀ ਹੈਗਾ, ਅੱਜ ਦਾ ਜਿਹੜਾ ਹੈਗਾ ਕੰਟੈਕਸਟ ਹੈ ਉਹ ਵੱਖਰਾ ਹੈਗਾ ਜਿਹੜਾ ਅੱਜ ਤੋਂ 50 ਸਾਲ ਪਹਿਲੇ ਸੀਗਾ ਜਾਂ ਅੱਜ ਤੋਂ ਸਾਲ ਪਹਿਲੇ ਸੀਗਾ। ਹੁਣ ਅੱਜ ਦੇ ਕੰਟੈਕਸਟ ਦੇ ਵਿੱਚ ਤੁਹਾਡੇ ਇਸ਼ੂਜ਼ ਵੀ ਕੀ ਹੈਗੇ, ਤੁਹਾਡੇ ਇਸ਼ੂ ਵੀ ਕੁਝ ਤਾਂ ਇਮੀਡੀਏਟ ਇਸ਼ੂ ਹੈ, ਜਿਵੇਂ ਤੁਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਹੋ। ਬੰਦੀ ਸਿੱਖਾਂ ਦੀ ਗੱਲ ਕਿਸੇ ਨਾ ਕਿਸੇ ਲੈਵਲ ਤੇ ਤਾਂ ਜੁਡੀਸ਼ੀਅਲ ਗੱਲ ਹੈ, ਜਿਵੇਂ ਤੁਸੀਂ ਗੱਲ ਕੀਤੀ, ਕਹਾ ਜੀ ਤੁਸੀਂ ਕਾਨੂੰਨ ਵਿੱਚ ਜਾਓ, ਪਰ ਸਾਡੇ ਦੇਸ਼ ਵਿੱਚ ਕਾਨੂੰਨ ਬਣਾਉਣ ਦਾ ਕੁਝ ਹੁੰਦਾ ਨਹੀਂਗਾ, ਉਹ ਵੀ ਪੋਲੀਟੀਕਲ ਸਿਗਨਲ ਢੂੰਡਦੇ ਆ। ਜੇ ਪੋਲੀਟੀਕਲ ਐਸਟੈਬਲਿਸ਼ਮੈਂਟ ਇੱਕ ਪੋਜੀਸ਼ਨ ਲੈ ਲੇਗੀ ਤਾਂ ਉਹ ਆਰਾਮ ਨਾਲ ਫਿਰ ਕਾਨੂੰਨ ਵੀ ਆਪਣੇ ਹਿਸਾਬ ਨਾਲ ਚੱਲਣਾ ਸ਼ੁਰੂ ਹੋ ਜਾਏਗਾ। ਜੇ ਉਹ ਪੋਲੀਟੀਕਲ ਪੋਜੀਸ਼ਨ ਲੈ ਕੇ ਬੈਠੇ ਰਹਿਣਗੇ ਤਾਂ ਕੋਈ ਹੋਰ ਧਾਰਾ ਲਗਾ ਦੇਣਗੇ, ਨਾਲ ਕੋਈ ਹੋਸ਼ ਪਾਰ ਦੇਣਗੇ, ਜਿੱਤੇ ਯੂਏਪੀਏ ਲਗਾ ਦੇਣਗੇ, ਫਿਰ ਨਿਕਲਣਾ ਹੋਰ ਵੀ ਮੁਸ਼ਕਲ ਹੋ ਜਾਏਗਾ। ਤੇ ਹੈਗਾ ਤਾਂ ਸਾਰਾ ਪੋਲੀਟੀਕਲੀ ਮਸਲਾ। ਤੇ ਸਾਨੂੰ ਇਹ ਵੀ ਸਮਝਣਾ ਪੈਣਾ ਕਿ ਅਸੀਂ ਇੰਡੀਆ ਵਰਗੇ ਕੰਟਰੀ ਚ ਰਹਿੰਦੇ ਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਤਾਂ ਡੈਮੋਕ੍ਰੈਟਿਕ ਹੈਗਾ, ਪਰ ਇਹਦੇ ਡੈਮੋਕ੍ਰੈਟਿਕ ਕ੍ਰੈਡੈਂਸ਼ੀਅਲ ਕੋਈ ਬਹੁਤੇ ਸਟਰੋਂਗ ਨਹੀਂ ਹੈਗੇ। ਭਾਵੇਂ ਜਿੰਨਾ ਮਰਜ਼ੀ ਤੁਸੀਂ ਗਾਲਾਂ ਕੱਢ ਰਹੇ ਹੋ ਅਮਰੀਕਾ ਨੂੰ ਜਾਂ ਕੈਨੇਡਾ ਨੂੰ ਜਾਂ ਯੂਰਪ ਦੀ ਕੰਟਰੀਜ਼ ਨੂੰ ਰੇਸ਼ਿਸ ਕਹਿ ਲਓ, ਪਰ ਉਹਨਾਂ ਦੇ ਜਿਹੜੇ ਡੈਮੋਕ੍ਰੈਟਿਕ ਸਿਸਟਮਸ ਹੈਗੇ ਜਾਂ ਜੁਡੀਸ਼ੀਅਲ ਸਿਸਟਮਸ ਹੈਗੇ, ਉਹਨਾਂ ਦੇ ਕ੍ਰੈਡੈਂਸ਼ੀਅਲ ਹੈਗੇ ਕਿ ਉੱਥੇ ਕੋਈ ਵੀ ਹੋਏਗਾ ਉਸ ਹਿਸਾਬ ਨਾਲ ਚੱਲੇਗਾ, ਨਾ ਕਿ ਉੱਥੇ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ, ਉੱਥੇ ਵੀ ਬਾਇਸ ਹੈਗੇ। ਓਵਰਆਲ ਸਿਸਟਮਸ ਨੂੰ ਤੁਸੀਂ ਟਰਸਟ ਕਰ ਸਕਦੇ ਹੋ। ਹੁਣ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਿਆ ਜਾਏ ਤਾਂ ਮੈਨੂੰ ਲੱਗਦਾ ਹੈਗਾ ਕਿਸੇ ਨਾ ਕਿਸੇ ਤਰੀਕੇ ਨਾਲ ਇਦਾਂ ਦੀਆਂ ਕਮੇਟੀਆਂ ਦੀ ਆਪਣੀ ਇੱਕ ਅਹਿਮੀਅਤ ਹੈਗੀ। ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਹਾਂ ਜੀ ਅੱਜ ਦਾ ਰਜੀਮ ਇਹ ਚਾਹੁੰਦਾ ਕਿ ਸਿੱਖ ਸਾਡੇ ਨਾਲ ਰਹਿਣ ਤਾਂ ਠੀਕ ਹੈ ਸਾਡੇ ਵਾਸਤੇ, ਸਾਡੇ ਅਗੇਂਸਟ ਹੋ ਜਾਣਗੇ ਤਾਂ ਉਹਦਾ ਕੋਈ ਰਜੀਮ ਨੂੰ ਸ਼ਾਇਦ ਫਾਇਦਾ ਨਾ ਹੋਵੇ। ਉਹਨਾਂ ਦੇ ਆਪਣੇ ਇਸ਼ੂਜ਼ ਹੈਗੇ, ਆਪਣੀਆਂ ਪ੍ਰਾਇੋਰਟੀਜ਼ ਹੈਗੀਆਂ, ਆਪਣਾ ਸੋਚਣ ਦਾ ਤਰੀਕਾ ਹੈਗਾ। ਉਹ ਭਾਵੇਂ ਆਰਐਸਐਸ ਹੋਵੇ ਜਾਂ ਭਾਵੇਂ ਪ੍ਰਾਈਮ ਮਿਨਿਸਟਰ ਆਪ ਹੋਵੇ ਜਾਂ ਬੀਜੇਪੀ ਦੀ ਸਰਕਾਰ ਹੋਵੇ ਜਾਂ ਰਜੀਮ ਦੇ ਲੈਵਲ ਤੇ ਉਹ ਪੰਜਾਬ ਦੇ ਬਾਰੇ ਜਿਵੇਂ ਸੋਚਦੇ ਆ, ਰੀਜਨ ਦੇ ਬਾਰੇ ਸੋਚਦੇ ਆ, ਸਿੱਖਾਂ ਦੇ ਬਾਰੇ ਸੋਚਦੇ ਆ, ਕਿਉਂਕਿ ਸਿੱਖ ਇਸ਼ੂ ਇਟਸੈਲਫ ਇਜ਼ ਵੈਰੀ ਕੰਪਲੈਕਸ। ਅੱਜ ਜਿਹੜਾ ਸਿੱਖ ਹੈ ਸਿਰਫ ਕੋਈ ਪੰਜਾਬ ਦਾ ਬੈਠਾ ਸਿੱਖ ਨਹੀਂ ਹੈਗਾ ਜਿਹੜਾ ਖੇਤੀਬਾੜੀ ਕਰਦਾ ਹੈਗਾ। ਅੱਜ ਦਾ ਸਿੱਖ ਦੁਨੀਆ ਦੇ ਵਿੱਚ ਬੈਠਾ ਹੈਗਾ, ਦੁਨੀਆ ਦੇ ਵਿੱਚ ਉਹ ਕਰ ਵੀ ਸਕਦੇ ਆ ਬੜਾ ਕੁਝ ਉਹਨਾਂ ਨੇ ਕੀਤਾ, ਜਿਵੇਂ ਕਿਸਾਨੀ ਅੰਦੋਲਨ ਸੀਗਾ, ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦਾ ਸੀ ਉੱਥੇ ਆਪੋਜੀਸ਼ਨ ਹੁੰਦੀ ਸੀਗੀ। ਇਹ ਸਾਰੀਆਂ ਖਬਰਾਂ ਮਿਲਦੀਆਂ ਹਨ, ਇਹਨਾਂ ਨੂੰ ਪਤਾ ਹੈ ਕਿ ਸਿੱਖ ਲੌਬੀਜ਼ ਕਿਵੇਂ ਕੰਮ ਕਰਦੀਆਂ ਹੈਗੀਆਂ, ਸਿੱਖੀ ਦੇ ਇਸ਼ੂਜ਼ ਕਿਹੜੇ ਹੈਗੇ। ਉਹ ਵੀ ਬਦਲ ਗਿਆ, ਜਨਰੇਸ਼ਨਲੀ ਬਦਲ ਗਿਆ, ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਜਿਹੜੇ ਹਿਸਾਬ ਨਾਲ ਤੁਹਾਡੀ ਗਲੋਬਲਾਈਜ਼ ਕੰਟੈਕਸਟ 'ਚ ਬੈਠੇ ਹੋ ਉਹਦੇ 'ਚ ਬਦਲ ਗਿਆ। ਤੇ ਅੱਜ ਦੇ ਕੰਟੈਕਸਟ ਦੇ ਵਿੱਚ ਸਿੱਖਾਂ ਦੀ ਲੋੜ ਕੀ ਹੈਗੀ ਸੈਂਟਰਲ ਗਵਰਨਮੈਂਟ, ਉਹਦੇ 'ਚ ਵੀ ਬਦਲ ਗਿਆ। ਤੇ ਕਈ ਲੋਕ ਜਿਵੇਂ ਕਮੇਟੀ ਦੇ ਵਿੱਚ ਵੀ ਜਿਹੜੇ ਨਾਂ ਹੈਗੇ ਉਹਨਾਂ 'ਚ ਕਈ ਬੰਦੇ ਹੈਗੇ ਜਿਹੜੇ ਬਿਲਕੁਲ ਉਹਨਾਂ ਦੇ ਨਾਲ ਹੀ ਹੈਗੇ। ਹੁਣ ਇਹ ਕਿੱਥੋਂ ਆਇਆ ਇਹਦੇ 'ਚ ਠੀਕ ਹੈ ਜੀ, ਅਕਾਲੀ ਦਲ ਨੂੰ ਪਤਾ ਹੈ ਸਾਨੂੰ ਕਿ ਬੀਜੇਪੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਸੀ, ਤੇ ਹੁਣ ਵੀ ਉਹਨਾਂ ਨੂੰ ਵੱਖਰੇ ਨਹੀਂ ਹੈਗੇ। ਉਹਨਾਂ ਨੂੰ ਵੀ ਪਤਾ ਜੀ ਅੱਜ ਤੋਂ 5 ਸਾਲ ਬਾਅਦ, 4 ਸਾਲ ਬਾਅਦ, 10 ਸਾਲ ਬਾਅਦ ਜੇ ਸਾਡੀ ਸਰਕਾਰ ਜੇ ਬਣਦੀ ਹੈ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਅਲਾਈਅੰਸ ਢੂੰਡਣਾ ਪੈਣਾ ਹੈ। ਤੇ ਉਹਨਾਂ ਦਾ ਕੋਆਰਡੀਨੇਸ਼ਨ ਉਸ ਲੈਵਲ ਤੇ ਹੈਗੇ। ਤੇ ਉਸ ਕੰਟੈਕਸਟ ਦੇ ਵਿੱਚ ਜੇ ਸਾਡੇ ਬੰਦੀ ਸਿੱਖ ਨਿਕਲਦੇ ਹੈਗੇ ਤਾਂ ਮਾਨ ਸਾਹਿਬ ਨੂੰ ਨਾਲ ਮਿਲਣ ਮੈਨੂੰ ਕੋਈ ਦਿੱਕਤ ਨਹੀਂ ਲੱਗਦੀ। ਤੁਸੀਂ ਇਸ ਕੰਟੈਕਸਟ ਨੂੰ ਯੂਜ਼ ਕਰਕੇ ਤੁਸੀਂ ਆਪਣੇ ਬੰਦੇ ਛੁਡਵਾ ਲਓ ਯਾਰ, ਇੰਨੀ ਕਿਹੜੀ ਗੱਲ ਹੈਗੀ। ਇੰਨੀ ਸਾਡੇ ਕਿਹੜੇ ਉੱਥੇ ਪ੍ਰਿੰਸੀਪਲ ਬੈਠੇ ਜੀ, ਹਾਂ ਜੀ ਇਹ ਬੰਦਾ ਇਕੱਠਾ ਬੈਠਾ ਤਾਂ ਅਸੀਂ ਇਹਦੇ ਨਾਲ ਨਹੀਂ ਬੈਠਾਂਗੇ। ਇਹ ਕਿਸੇ ਨਾ ਕਿਸੇ ਲੈਵਲ ਤੇ ਸਾਨੂੰ ਮਾਈਨੋਰਿਟੀਜ਼ ਨੂੰ ਜਨਰਲੀ ਪ੍ਰੈਗਮੈਟਿਕ ਹੋਣਾ ਪੈਣਾ। ਤੇ ਉਹ ਜਿਹੜੀ ਪ੍ਰੈਗਮੈਟਿਕ ਪੋਲਿਟਿਕਸ ਹੈ ਖਾਸ ਤੌਰ ਤੇ ਇਹਨਾਂ ਇਸ਼ੂਜ਼ ਤੇ ਕੋਈ ਇਸ਼ੂ ਬਚਿਆ ਨਹੀਂਗਾ। ਉਹਨਾਂ ਨੇ ਆਪਣੀਆਂ ਕੈਦਾਂ ਪੂਰੀਆਂ ਕਰ ਲਈਆਂ, ਸਭ ਕੁਝ ਹੋ ਗਿਆ, ਜਿਹੜਾ ਨੇ ਕੁਝ ਕੀਤਾ ਵੀ ਸੀਗਾ ਉਹ ਵੀ ਗੱਲ ਖਤਮ ਹੋ ਗਈ, ਕਿਉਂਕਿ ਉਹ ਬਸ ਇੱਕ ਜ਼ਿੱਦ ਚੜਿਆ। ਕਿਸੇ ਨਾ ਕਿਸੇ ਤੁਹਾਨੂੰ ਪਾਸਾ ਮਿਲਦਾ ਤਾਂ ਉਹਨੂੰ ਲੈ ਲੈਣਾ ਠੀਕ ਹੈ। ਜਿਹੜੀ ਦੂਜੀ ਗੱਲ ਤੁਸੀਂ ਕੀਤੀ ਮੈਨੂੰ ਲੱਗਦਾ ਉਹ ਵੀ ਆਪਣੇ ਆਪ ਵਿੱਚ ਅਹਿਮ ਹੈਗੀ, ਤੇ ਉਸ ਨੂੰ ਸੋਚਿਆ ਜਾਣਾ ਚਾਹੀਦਾ ਤੇ ਕਿਸੇ ਹਿਸਾਬ ਨਾਲ ਘੱਟ ਵੀ ਸੋਚਿਆ ਜਾਣਾ ਚਾਹੀਦਾ, ਦੂਜੇ ਨੰਬਰ ਤੇ ਸੋਚਿਆ ਜਾਣਾ ਚਾਹੀਦਾ। ਪਹਿਲੇ ਲੈਵਲ ਤੇ ਆਈ ਥਿੰਕ ਸਾਨੂੰ ਕੰਟੈਕਸਟ ਦੇਖ ਕੇ ਜੇ ਤੁਹਾਨੂੰ ਮਿਲਦਾ ਰਿਲੀਫ ਤਾਂ ਉਸ ਨੂੰ ਕਿਸੇ ਤਰੀਕੇ ਜੇ ਲੈ ਸਕਦੇ ਹੋ, ਠੀਕ ਹੈ ਜੀ, ਉਹ ਤੁਹਾਨੂੰ ਯੂਜ਼ ਕਰਦੇ ਹੋ, ਤੁਸੀਂ ਵੀ ਉਹਨਾਂ ਨੂੰ ਯੂਜ਼ ਕਰੋ। ਕਿਸੇ ਨਾ ਕਿਸੇ ਬੰਦੇ ਤੁਹਾਡੇ ਛੁੱਟਦੇ ਤੇ ਛੁਟਵਾ ਲੈਣੇ ਚਾਹੀਦੇ, ਉਹਦੇ ਨਾਲ ਇੱਕ ਕਮਿਊਨਿਟੀ ਦੇ ਵਿੱਚ ਕੌਨਫੀਡੈਂਸ ਵੀ ਆਉਂਦਾ ਹੈਗਾ, ਇੱਕ ਰਿਲੀਫ ਮਿਲਦਾ ਹੈਗਾ। ਜਿਹੜਾ ਪਰਿਵਾਰਾਂ ਦੇ ਬੰਦੇ ਬੈਠੇ ਹੋ ਤੇ ਉਹਨਾਂ ਕੋਲ ਪੁੱਛ ਕੇ ਦੇਖੋ, ਸਾਨੂੰ ਠੀਕ ਹੈ ਜੀ, ਹਾਂ ਜੀ ਦੂਰ ਬੈਠਾ ਮੈਂ ਤਾਂ ਨਹੀਂ, ਸਾਨੂੰ ਕੋਈ ਇਸ ਤਰੀਕੇ ਦੇ ਨਾਲ ਉਹ ਜਿਹੜਾ ਕਰ ਲੈਣਾ ਇੰਸਟਰੂਮੈਂਟਲੀ ਸੋਚ ਕੇ, ਹਾਂ ਜੀ ਠੀਕ ਹੈ ਆ ਇਕੁਏਸ਼ਨ ਇਸ ਟਾਈਮ ਉਹ ਸਾਨੂੰ ਕੁਝ ਫੇਵਰ ਕਰਨਾ ਚਾਹੁੰਦੇ, ਲੈ ਲਓ ਫੇਵਰ, ਕੋਈ ਨਹੀਂ ਫਰਕ ਪੈਂਦਾ ਉਹਦੇ ਨਾਲ, ਯਾਰ ਤੁਹਾਡਾ ਕੀ ਵਿਗੜ ਜਾਣਾ। ਪਰ ਵਾਈਡਰ ਜਿਹੜੇ ਇਸ਼ੂ ਹੈਗੇ ਨੈਚੁਰਲੀ ਸਾਰੇ ਪੋਲੀਟੀਸ਼ੀਅਨ ਹੈਗੇ, ਤੇ ਇਹ ਸੋਚਣਾ ਕਿ ਇਹ ਲੈ ਕੇ ਸਾਨੂੰ ਬੁੱਧੂ ਬਣਾ ਲੈਣਗੇ, ਇਹ ਵੀ ਅੰਡਰ ਐਸਟੀਮੇਟ ਕਰਨਾ। ਅਸੀਂ ਦੇਖਿਆ ਪਿੱਛੇ ਕਿਵੇਂ ਜਿਹੜਾ ਕਿਸਾਨੀ ਅੰਦੋਲਨ ਤੋਂ ਲੈ ਕੇ ਉਸ ਤੋਂ ਪਹਿਲੇ ਵੀ ਜਿਹੜਾ ਸਿੱਖ ਵੋਟਰ ਸੀਗਾ ਜਾਂ ਜਨਰਲ ਇੰਡੀਅਨ ਵੋਟਰ ਹੈ ਉਹ ਬੜਾ ਸਮਝਦਾਰ ਵੋਟਰ ਹੈਗਾ। ਤੇ ਸਿੱਖ ਜਿਹੜਾ ਹੈ ਉਹ ਸਾਰੇ ਸਮਝਦਾ ਹੈ ਪੋਲਿਟਿਕਸ, ਦਿੱਲੀ ਦੀ ਪੋਲਿਟਿਕਸ ਦੇ ਨਾਲ ਜਾਂ ਆਪਣੀ ਜਿਹੜੀ ਲੋਕਲ ਜਿਹੜੇ ਪੋਲੀਟੀਸ਼ੀਅਨਸ ਹੈਗੇ, ਉਹ ਪਹਿਲੇ ਵਾਲਾ ਜਿਹੜੀ ਜਿਹਨੂੰ ਕਹਿੰਦੇ ਸਾਡੇ ਅੰਗਰੇਜ਼ੀ ਦੇ ਵਿੱਚ ਹੈਜੇਮਨੀ, ਉਹ ਹੈਜੇਮਨੀ ਤਾਂ ਰਹੀ ਨਹੀਂ ਹੁਣ ਇਹਨਾਂ ਦੀ। ਨਾ ਉਹ ਬਾਦਲਾਂ ਦੀ ਹੈਜੇਮਨੀ ਰਹੀ ਹੈ, ਨਾ ਉਹ ਲੈਂਡਡ ਜਿਹੜੀ ਪੁਰਾਣੀ ਅਰਿਸਟੋਕ੍ਰੇਸੀ ਉਹਦੀ ਹੈਜੇਮਨੀ ਰਹੀ ਹੈ, ਨਾ ਹੀ ਕੋਈ ਅਕਾਲੀ ਦਲ ਦੀ ਹੈਜੇਮਨੀ ਰਹੀ ਹੈ। ਜਿਹੜਾ ਅਕਾਲੀ ਵੋਟਰ ਸੀਗਾ ਇਹਨਾਂ ਨੇ ਵੀ ਆਪ ਨੂੰ ਜਾ ਕੇ ਵੋਟ ਪਾਏ ਇਸ ਵਾਰੀ, ਉਹਨਾਂ ਨੇ ਦੇਖਿਆ ਹਾਂ ਜੀ ਇਹ ਤਾਂ ਠੱਗ ਹੈਗੇ, ਤਾਂ ਇਹ ਕਰਦੇ ਉਹ ਕਰਦੇ। ਜਿਹੜਾ ਵੀ ਨੈਰੇਟਿਵ ਸੀਗਾ, ਮੈਂ ਕਿਸੇ ਨੂੰ ਕੋਈ ਕੁਝ ਕਹਿ ਨਹੀਂ ਰਿਹਾ, ਪਰ ਉਹਦੇ ਵਿੱਚ ਲੋਕਾਂ ਦੀ ਜਿਹੜੀ ਸਮਝ ਹੈਗੀ ਉਹਨਾਂ ਨੂੰ ਐਸਟੀਮੇਟ ਕਰਨਾ ਮੈਨੂੰ ਲੱਗਦਾ ਕੋਈ ਡਰਨ ਦੀ ਗੱਲ ਨਹੀਂ ਹੈਗੀ ਕਿ ਹਾਂ ਵੀ ਇਹ ਤਾਂ ਪੋਲਿਟਿਕਸ ਲਾ ਕੇ ਫਿਰ ਬੁੱਧੂ ਬਣਾ ਲੈਣਗੇ। ਪਰ ਉਹ ਕਿਸੇ ਨਾ ਕਿਸੇ ਲੈਵਲ ਤੇ ਉਹਨੂੰ ਪੋਲੀਟੀਕਲੀ ਹੀ ਸੋਚਣਾ ਪੈਣਾ। ਅਸੀਂ ਉਸ ਨੂੰ ਪੋਲਿਟਿਕਸ ਤੋਂ ਪਾਸੇ ਕਰਕੇ ਨਹੀਂ ਸੋਚ ਸਕਦੇ ਕਿ ਹਾਂ ਜੀ ਇਹ ਤਾਂ ਹੁਣ ਸਾਡੇ ਵੱਖਰੇ ਇਸ਼ੂ ਹੈ ਜੀ, ਅਸੀਂ ਤਾਂ ਮੋਰਲ ਇਸ਼ੂ ਲੈ ਕੇ ਬੈਠਾਂਗੇ, ਇਹ ਹੋਏਗਾ ਤਾਂ ਹੀ ਇਹ ਕਰਨਾ ਚਾਹੀਦਾ,
ਇਹਨਾਂ ਨੂੰ ਇਕੱਠੇ ਕਿਵੇਂ ਬਹਿ ਸਕਦੇ ਆ, ਗੱਲ ਕਿਵੇਂ ਕਰ ਸਕਦੇ ਆ। ਕਰਨੀ ਚਾਹੀਦੀ ਗੱਲ, ਉਹਨਾਂ ਨੂੰ ਹਰ ਕਿਸੇ ਨਾਲ ਗੱਲ ਕਰਨੀ ਚਾਹੀਦੀ। ਤੁਹਾਨੂੰ ਸਿੱਖ ਤਾਂ ਹੋ ਨਾ ਤੁਸੀਂ, ਜਿੱਥੇ ਵੀ ਹੋ, ਜਿਹੜਾ ਭਾਵੇਂ ਬੀਜੇਪੀ ਬੈਠਾ, ਭਾਵੇਂ ਆਰਐਸਐਸ ਬੈਠਾ, ਭਾਵੇਂ ਅਲਟਰਾ ਰੈਡੀਕਲ ਹੈਗਾ, ਭਾਵੇਂ ਅਮਰੀਕਾ 'ਚ ਬੈਠਾ, ਜਿਹੜਾ ਸਿੱਖਾਂ ਦੇ ਇਸ਼ੂ ਹੈਗੇ ਉਹ ਤਾਂ ਸਿੱਖਾਂ ਦੇ ਇਸ਼ੂ ਹੈਗੇ। ਜਦੋਂ ਸਿੱਖਾਂ ਤੇ ਅਟੈਕ ਹੋਏਗਾ ਗਲੋਬਲੀ ਜਾਂ ਨੈਸ਼ਨਲੀ ਜਾਂ ਪੰਜਾਬ ਤੋਂ ਬਾਹਰ, ਉਹ ਤਾਂ ਪੱਗ ਦੇਖ ਕੇ ਹੋਣਾ ਨਾ ਜੀ। ਉਦੋਂ ਇਹ ਨਾ ਪੁੱਛਣਾ ਤੇਰੀ ਆਈਡੀਓਲੋਜੀ ਕੀ ਹੈ, ਪ੍ਰੋ ਮੋਦੀ ਹੈਗੀ, ਐਂਟੀ ਮੋਦੀ ਹੈਗਾ, ਤੂੰ ਬਾਦਲਾਂ ਦੇ ਨਾਲ ਹੈ ਜਾਂ ਕਿਸ ਦੇ ਨਾਲ ਹੈਗਾ। ਉਹ ਇਸ ਲੈਵਲ ਤੇ ਆਈਡੈਂਟਿਟੀ ਜਿਹੜੇ ਇਸ਼ੂ ਹੈਗੇ, ਉਸ ਦੇ ਲੈਵਲ ਤੇ ਸਾਨੂੰ ਪ੍ਰੈਗਮੈਟਿਕ ਹੋਣਾ ਚਾਹੀਦਾ ਤੇ ਸਾਨੂੰ ਸੈਕਟੇਰੀਅਨ ਹੋਣਾ ਪੈਣਾ। ਅਸੀਂ ਜੇ ਆਪਣੀ ਸੋਚਾਂਗੇ, ਨਾਟ ਦੈਟ ਸਾਡਾ ਸੈਕਟੇਰੀਅਨ ਹੋਣ ਦਾ ਮਤਲਬ ਹੈ ਕਿ ਅਸੀਂ ਦੁਨੀਆ ਦੇ ਅਗੇਂਸਟ ਹੋ ਜਾਏਗਾ। ਤੇ ਇਹ ਜਿਹੜੇ ਮਤਲਬ ਜਾਲ ਤਰੀਕੇ ਹੈਗੇ, ਇਹਨਾਂ ਨੂੰ ਮੈਨੂੰ ਲੱਗਦਾ ਉਸ ਕੰਪਲੈਕਸਿਟੀ ਦੇ ਵਿੱਚ ਰੱਖ ਕੇ ਹੀ ਸੋਚਣਾ ਚਾਹੀਦਾ। ਬਿਲਕੁਲ ਬਿਲਕੁਲ। ਔਰ ਮੈਂ ਡਾਕਟਰ ਬਲਕਾਰ ਸਿੰਘ ਜੇ ਇਸੇ ਗੱਲ ਨੂੰ ਕੰਟੀਨਿਊਟੀ 'ਚ ਅੱਗੇ ਵਧਾਵਾਂ ਤਾਂ ਮੈਨੂੰ ਇਹ ਸਮਝਣਾ ਵੀ ਬਹੁਤ ਜ਼ਰੂਰੀ ਆ ਕਿ ਇਸ ਕਮੇਟੀ ਦੇ ਵਿੱਚ ਸ਼ਾਮਲ ਧਿਰਾਂ ਦੀ ਵਿਚਾਰ ਦੇ ਨਜ਼ਰੀਏ ਤੋਂ ਇੱਕ ਦੂਜੇ ਨਾਲ ਕਾਫੀ ਵੱਖਰਤਾ ਹੈ। ਹੁਣ ਜੇਕਰ ਇਹਨੂੰ ਅਕਾਲੀ ਦਲ ਕੱਲ ਨੂੰ ਇਹਦੇ ਵਿੱਚੋਂ ਪ੍ਰਾਪਤੀ ਮਿਲਣੀ, ਮੈਨੂੰ ਲੱਗਦਾ ਕਿ ਤੁਸੀਂ ਬਿਲਕੁਲ ਨਾ ਪੱਖੀ ਵੀ ਹੋਵੋ, ਫਿਰ ਵੀ ਮੈਨੂੰ ਲੱਗਦਾ ਕਿਸੇ ਵੀ ਸਰਕਾਰ ਨੂੰ ਗੱਲ ਸੁਣਨ ਤੋਂ ਇਨਕਾਰੀ ਹੋਣਾ ਔਖਾ ਹੋਊਗਾ, ਸੁਣਨਾ ਪੈਣਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਤੇ ਕਮੇਟੀ ਬਣੀ ਆ ਤੇ ਸ਼੍ਰੋਮਣੀ ਕਮੇਟੀ ਇੱਕ ਸੁਪਰੀਮ ਬਾਡੀ ਆ, ਉਹਦੇ ਪ੍ਰਧਾਨ ਨੇ ਇਹਨੂੰ ਅੱਗੇ ਵਧਾਇਆ। ਜੇ ਇਹ ਅੰਸ਼ਿਕ ਸਫਲਤਾ ਵੀ ਹਾਸਲ ਕਰਦੀ ਆ, ਕਿਉਂਕਿ ਅੱਜ ਦੂਜੇ ਬੰਨਿਓ ਬੇਅੰਤ ਸਿੰਘ ਪਰਿਵਾਰ ਨੇ ਵੀ ਆਪਣੇ ਤਰੀਕੇ ਨਾਲ ਅੱਗੇ ਮੂਵ ਚਲਾ ਲਈ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਇਕੱਠੇ ਕਰਾਂਗੇ, ਜੇ ਇਹ ਕਮੇਟੀ ਬਣਾ ਸਕਦੇ ਆ ਤੇ ਅਸੀਂ ਜਿਹੜੇ ਪ੍ਰਭਾਵਿਤ ਪਰਿਵਾਰ ਹੈ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਤੋਂ, ਉਹਨਾਂ ਨੂੰ ਇਕੱਠੇ ਕਰ ਰਹੇ ਆ। ਮਤਲਬ ਇੱਕ ਪ੍ਰੈਸ਼ਰ ਸਟੇਟ ਦਾ ਦੂਜੇ ਬੰਨਿਓ ਖੜਾ ਹੋ ਜਾਂਦਾ। ਇੱਕ ਪਾਸੇ ਤੁਸੀਂ ਚਲੋ ਅੰਸ਼ਿਕ ਸਫਲਤਾ ਮਿਲ ਜਾਂਦੀ ਹੈ ਕਿ ਕੁਝ ਲੋਕ ਜਿਹੜੇ ਛੱਡੇ ਜਾ ਸਕਦੇ ਉਹ ਛੱਡ ਤੇ ਜਾਣ। ਭਾਈ ਰਾਜੋਆਣਾ ਦੀ ਫਾਂਸੀ ਭਾਵੇਂ ਅਜੇ ਮਾਫ ਨਾ ਹੋਵੇ। ਮੈਂ ਇਹ ਸਮਝਦਾ ਹੈ ਕਿ ਇਹ ਸਾਰੀ ਸਥਿਤੀ ਦੇ ਵਿੱਚ, ਜੇ ਮੈਂ ਤੁਹਾਡੇ ਤੋਂ ਸਵਾਲ ਰੂਪ ਚ ਪੁੱਛਾਂ, ਕੀ ਵੱਖਰੇ ਵਿਚਾਰ ਵਾਲੇ ਲੋਕ ਅੱਗੇ ਵੱਧ ਸਕਣਗੇ ਇਕੱਠਿਆਂ? ਕੀ ਸਰਨਾ ਸਾਹਿਬ ਆਪਣੀ ਇਸ ਅੰਸ਼ਕ ਸਫਲਤਾ ਨੂੰ ਵੀ ਸਾਰੀ ਬਾਦਲਾਂ ਨੂੰ ਜੇਬ ਚ ਪਾਉਣ ਦੇਣਗੇ? ਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਦਲ ਅਕਾਲੀ ਦਲ ਦੇ ਅਨੁਸਾਰ ਆਪਣੇ ਆਪ ਨੂੰ ਚੱਲਣ ਦੇਣਗੇ? ਜੇ ਮੰਨ ਲਓ ਉਹ ਇਹਦੇ ਵਿੱਚੋਂ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਬਾਦਲ ਸਾਹਿਬ ਦੇ ਹੀ ਨੇ, ਔਰ ਇਹ ਸਾਰੀਆਂ ਗੱਲਾਂ ਦੇ ਵਿੱਚ ਮਾਨ ਸਾਹਿਬ ਕਿੱਥੋਂ ਤੱਕ ਨਾਲ ਚੱਲ ਸਕਣਗੇ? ਸਰਨਾ ਸਾਹਿਬ ਆਪਣੀ ਹੋਂਦ ਅਸਤੀ ਮਿਟਾ ਕੇ ਇਹਨਾਂ ਨਾਲ ਕਦੋਂ ਚੱਲ ਸਕਣਗੇ, ਜਦੋਂ ਇਹਨਾਂ ਕੋਲ ਸੀਟਾਂ ਹੀ 3 ਬਚੀਆਂ? ਪੰਥਕ ਏਕਤਾ ਦਾ ਨਾਰਾ ਵੀ ਇਹਦੇ ਚੋਂ ਅੱਗੇ ਨਿਕਲ ਸਕਦਾ ਹੈ, ਇਹਦੇ ਵਿੱਚੋਂ ਸਿਆਸਤ ਨਵਾਂ ਰੰਗ ਸਰੂਪ ਲੈ ਸਕਦੀ ਹੈ। ਸੋ ਇਹ ਕਿੰਨੀ ਦੇਰ ਤੱਕ ਆਪਾਂ ਇਹਨਾਂ ਨੂੰ ਇਸ ਮੁੱਦੇ ਤੋਂ ਅੱਗੇ ਇਕੱਠੇ ਵਧਦਿਆਂ ਵੇਖ ਰਹੇ ਹਾਂ? ਜੀਕੇ ਸਾਹਿਬ ਉਹਦੇ ਵਿੱਚ ਐਕਸੈਪਸ਼ਨ ਹੋ ਸਕਦੇ ਆ, ਕਿਉਂਕਿ ਉਹਨਾਂ ਨੂੰ ਵੀ ਆਪਣੀ ਹੋਂਦ ਹਸਤੀ ਪਛਾਣ ਦਾ ਮਾਮਲਾ ਪੈ ਗਿਆ। ਸੋ ਇਹ ਸਾਰੀਆਂ ਚੀਜ਼ਾਂ ਨੇ। ਇੱਕ ਪਾਸੇ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਜੁਆਇਨ ਕਰ ਚੁੱਕੇ ਆ, ਉਹਨਾਂ ਵੱਲੋਂ ਅੱਗੇ ਵਧਾਏ ਗਏ ਕਾਲਕਾ ਸਾਹਿਬ, ਹਰਮੀਤ ਸਿੰਘ ਕਾਲਕਾ ਇਸ ਕਮੇਟੀ ਦਾ ਹਿੱਸਾ ਨੇ, ਉਹ ਹੁਣ ਇੱਕ ਤਰ੍ਹਾਂ ਨਾਲ ਬੀਜੇਪੀ ਨਾਲ ਐਸੋਸੀਏਟਡ ਹੈ ਉਹ ਸਾਰੇ ਦਾ ਸਾਰਾ ਧੜਾ। ਸੋ ਇਹਨਾਂ ਸਾਰੀਆਂ ਪਰਿਸਥਿਤੀਆਂ ਦੇ ਵਿੱਚ ਬਾਦਲਕਿਆਂ ਨੂੰ ਕਿੰਨਾ ਫਾਇਦਾ ਹੋਣ ਵਾਲਾ ਹੈ, ਔਰ ਜੇ ਤੁਸੀਂ ਦੂਜਿਆਂ ਲੋਕਾਂ ਨੂੰ ਨੁਕਸਾਨ ਜਾਂ ਉਹਨਾਂ ਨੂੰ ਫਾਇਦੇ ਦੀ ਗੱਲ ਕਰੋਗੇ, ਉਹ ਵੋਕਲ ਵੀ ਨੇ। ਮੇਰੇ ਖਿਆਲ ਸਰਨਾ ਸਾਹਿਬ ਸੁਖਬੀਰ ਨਾਲੋਂ ਬਿਹਤਰ ਬੋਲ ਸਕਦੇ ਆ, ਮਨਜੀਤ ਸਿੰਘ ਜੀਕੇ ਬਿਹਤਰ ਬੋਲ ਸਕਦੇ ਆ, ਉਹਨਾਂ ਨੂੰ ਫੁਟੇਜ ਮਾਨ ਸਾਹਿਬ ਨੂੰ ਵੀ ਉਹਨਾਂ ਨਾਲੋਂ ਬਿਹਤਰ ਮਿਲ ਸਕਦੀ ਹੈ। ਸੋ ਇਹ ਸਾਰੇ ਸਵਾਲ, ਮੈਂ ਲੰਬੀ ਗੱਲ ਕਰਾਂ, ਮਾਫੀ ਚਾਹੁੰਦਾ ਜੀ। ਮੈਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਬਿਲਕੁਲ ਵਜਾ, ਮੈਨੂੰ ਸਿੱਖ ਸਿਆਸਤਦਾਨਾਂ ਦੇ ਰੰਗਾਂ ਤੇ ਕੋਈ ਇਤਰਾਜ਼ ਨਹੀਂ, ਪਰ ਮੈਂ ਇਹ ਸਮਝਦਾ ਹਾਂ ਕਿ ਮੇਰੀ ਬੇਸਿਕ ਧਾਰਨਾ ਇਹ ਹੈ ਕਿ ਮੈਨੂੰ ਜਦੋਂ ਸਾਰੀ ਦੁਨੀਆ ਤੋਂ ਇਹ ਲੱਗਦਾ ਹੈ ਕਿ ਅਜੇ ਤੱਕ ਅਸੀਂ ਬਿਲਕੁਲ ਹੀ ਸਿਆਸਤ ਦੇ ਪੈਰੋਂ ਮਾਰ ਹੀ ਖਾਂਦੇ ਤੁਰੇ ਆ ਰਹੇ। ਸਿਆਸਤ ਦਾ ਬੜਾ ਫਾਇਦਾ ਤਾਂ ਕਿਤੇ ਹੋਇਆ ਨਹੀਂ। ਚਲੋ ਦੂਜਿਆਂ ਦੀ ਸਿਆਸਤ ਦਾ ਵੀ ਸਾਨੂੰ ਨੁਕਸਾਨ ਹੋਇਆ, 47 ਹੋ ਗਿਆ, ਸਾਨੂੰ 84 ਹੋ ਗਿਆ, ਤੇ ਉਹਦੇ ਸਾਡਾ ਹਿੱਸੇਦਾਰ। ਮੈਂ ਜਿਹੜੀ ਮੇਰੀ ਬੇਸਿਕ ਧਾਰਨਾ ਇਹ ਹੈ ਕਿ ਧਰਮ ਵਾਲੇ ਆਪਣਾ ਕੰਮ ਕਰਨ ਤੇ ਸਿਆਸਤ ਵਾਲੇ ਆਪਣੇ ਕਰਨ। ਇਹਨਾਂ ਕਮੇਟੀ ਤੇ ਮੈਨੂੰ ਇਤਰਾਜ਼ ਨਹੀਂ। ਮੈਨੂੰ ਕਮੇਟੀ ਤੇ ਇਤਰਾਜ਼ ਮਤਲਬ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਸ਼ਾਮਲ ਹੋਣ ਤੇ ਇਤਰਾਜ਼ ਹੈ, ਕਿਉਂਕਿ ਦੋਨੇ ਜੇ ਉਹਦੇ ਵਿੱਚ ਸ਼ਾਮਲ ਨੇ ਤੇ ਇਹ ਦੋਨੇ ਆਗਿਆ ਦੇ ਰਹੇ ਨੇ ਕਿ ਅਸੀਂ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਤੁਹਾਨੂੰ ਹੈਂਡਓਵਰ ਕਰ ਰਹੇ ਹਾਂ। ਪ੍ਰੈਸ਼ਰ ਬਣਾਉਣਾ ਹੈ ਨਾ, ਪਰ ਇਹ ਵੀ ਤਾਂ ਸਿੱਖ ਸੰਸਥਾਵਾਂ ਹੀ ਨੇ ਨਾ। ਇਹ ਵੀ ਸਾਡੇ ਕੋਲ 2 ਧਰਾਵਾਂ ਨੇ। ਤੁਸੀਂ ਕਿਹਾ ਰੰਧਾਵਾ ਸਾਹਿਬ ਵੀ ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ਤੇ ਬਣੀ ਹੈ, ਕਹਿਣ ਤੇ ਬਣੇ, ਫਿਰ ਸਿਆਸੀ ਕਮੇਟੀ ਬਣ ਜਾਏ ਨਾ। ਜਿਹੜੀ ਮੇਰੀ ਬੇਸਿਕ ਜਿਹੜੀ ਹੈਗੀ ਹੈ, ਮੌਜੂਦਾ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਸਿੱਖ ਸੰਸਥਾਵਾਂ ਸਿੱਖ ਸਿਆਸਤਦਾਨ ਨੇ ਜਿਵੇਂ ਵਰਤ ਕੇ ਕਮਜ਼ੋਰ ਕਰ ਦਿੱਤੀਆਂ ਨੇ। ਮੇਰੀ ਕੰਸਰਨ ਉਹ ਹੈ
ਹੁਣ ਇਹਨਾਂ ਬੰਦਿਆਂ ਨੂੰ, ਜਿਹੜੇ ਬੰਦੇ ਬੈਠੇ ਨੇ, ਇਹ ਤੇ ਸਾਰੇ ਸਿਆਸਤ ਤੋਂ ਜੋ ਹਾਰੇ ਹੋਏ ਨੇ। ਮਤਲਬ ਇਹਨਾਂ ਤੋਂ ਕੋਈ ਬੰਦਾ ਨਹੀਂ, ਹਰ ਇੱਕ ਬੰਦਾ ਇਹ ਹੁਣ ਤੁਸੀਂ ਮੈਨੂੰ ਕਹੋਗੇ ਤੂੰ ਪ੍ਰੋਫੈਸਰ ਹੈ, ਹੈਡਿੰਗ ਰੱਖ। ਪ੍ਰੋਫੈਸਰ ਸਾਹਿਬ ਮੈਂ ਹੈਡਿੰਗ ਰੱਖਦਾ ਇਹਦਾ ਇਹ ਕਿ ਸਾਰੇ ਇਸ ਗੱਲ ਦੇ ਤਹੂ ਨੇ ਕਿ ਸਿੰਘਾਂ ਨੂੰ ਹੱਥ ਪੈ ਜਾਣ ਦਿਓ। ਮਾਨ ਦਾ ਹੱਥ ਪਿਆ ਤੇ ਉਹ ਕਹੇਗਾ ਵੀ ਸ਼੍ਰੋਮਣੀ ਕਮੇਟੀ ਦੇ ਮਤਲਬ ਖਾਲਿਸਤਾਨ ਦਾ ਰੈਜ਼ੋਲੂਸ਼ਨ ਪਾਸ ਕੀਤਾ 46 ਚ, ਹੁਣ ਲਾਗੂ ਕਰੋ। ਮੈਨੂੰ ਇੱਕ ਨਹੀਂ ਸਮਝ ਆਉਂਦੀ ਕਿ ਤੁਸੀਂ, ਮੈਂ ਤੁਹਾਨੂੰ ਦੋਨਾਂ ਨੂੰ ਇਹ ਪੁੱਛਦਾ, ਤੁਸੀਂ ਦੋਨੇ ਮੇਰੇ ਮੁਤਾਬਕ ਸਿੱਖ ਹੋ, ਮੈਂ ਤੁਹਾਨੂੰ ਸਵਾਲ ਆਪ ਕਰ ਰਿਹਾ ਵੀ ਤੁਸੀਂ ਦੱਸੋ ਵੀ ਜਿਹੜੇ ਮੁੰਡੇ ਹੁਣ ਕੁੱਟੇ ਜਾ ਰਹੇ ਨੇ, ਫੜੇ ਜਾ ਰਹੇ ਨੇ, ਅੰਦਰ ਮਤਲਬ ਮਿੱਧੇ ਜਾ ਰਹੇ ਨੇ, ਬਹਾਨਾ ਉਹਨਾਂ ਨੂੰ ਦੇਣ ਵਾਲਾ ਕੌਣ ਹੈ ਫੜੇ ਜਾਣ ਦਾ? ਨਾ ਤੇ ਉਹ ਸਿਆਸਤ ਦੇ ਲੱਗ ਰਹੇ ਨੇ ਨਾ। ਮੈਂ ਬੜੀ ਦੇਰ ਤੋਂ ਇਸ ਗੱਲ ਤੇ ਮਤਲਬ ਦੁਹਾਈ ਦੇ ਰਿਹਾ ਕਿ ਭਾਈ ਤੁਸੀਂ ਮਤਲਬ ਇਸ ਗੱਲ ਤੋਂ ਬੰਦ ਕਰੋ। ਇਹ ਗੱਲ ਜਿਹੜੀ ਆ, ਸਾਨੂੰ ਸਾਡੀਆਂ ਸੰਸਥਾਵਾਂ ਬਚੀਆਂ ਹੋਣ, ਅਸੀਂ ਸੰਸਥਾਵਾਂ ਆਪਣੀਆਂ ਰਾਹੀਂ ਬੜੀ ਦੁਨੀਆ ਤੇ ਆਪਣੀ ਧਾਕ ਜਮਾਈ ਹੈ। ਸਾਡੀ ਦੁਨੀਆ ਦੇ ਧਾਕ ਇਸ ਗੱਲ ਦੀ ਹੈ ਕਿ ਸਾਡਾ ਗੁਰਦੁਆਰਾ ਤੇ ਗੁਰੂ ਗ੍ਰੰਥ ਸਾਹਿਬ ਜਿੱਥੇ ਹੈ ਉੱਥੇ ਸਾਡੀ ਧਾਕ ਹੈ। ਜੇ ਉਹ ਚੋਂ ਸਿਆਸੀ ਮਾਡਲ ਕਰਨਾ ਤੇ ਫਿਰ ਮਤਲਬ ਕੈਨੇਡਾ ਵਾਲਾ ਕੱਢ ਲਓ ਨਾ। ਗੁਰਦੁਆਰੇ ਨੂੰ ਤੁਸੀਂ ਅੱਡਾ ਕਿਉਂ ਬਣਾ ਰਹੇ ਹੋ ਸਿਆਸਤ ਦਾ? ਨਹੀਂ, ਪਰ ਜਿਹੜਾ ਮੁੱਦਾ ਹੈ, ਦੇਖੋ ਜਿਹੜਾ ਪ੍ਰੋਫੈਸਰ ਬਲਕਾਰ ਸਿੰਘ, ਜਿਹੜਾ ਮੁੱਦਾ ਹੈ ਉਹ ਤਾਂ ਬੜਾ ਨੇਕ ਹੈ। ਮਤਲਬ ਜੇ ਕੁਝ ਪਰਿਵਾਰ ਐਸੇ ਜਿਨ੍ਹਾਂ ਦੇ ਜੀ 30-30 ਸਾਲ ਤੋਂ ਅੰਦਰ ਆ, ਉਹਨਾਂ ਨੂੰ ਜੇ ਰਿਲੀਫ ਮਿਲਦੀ ਆ ਤਾਂ ਉਹਦੇ ਚ ਕਿਸੇ ਨੂੰ ਕੋਈ ਆਪੱਤੀ ਨਹੀਂ, ਇਤਰਾਜ਼ ਨਹੀਂ, ਉਹਨਾਂ ਨੂੰ ਮਿਲ ਜੇ। ਲੇਕਿਨ ਜੇ ਉਹਦੇ ਵਿੱਚੋਂ ਪੋਲਿਟਿਕਸ ਕੱਢ ਦੇ ਵੀ, ਤੁਹਾਨੂੰ ਲੱਗਦਾ ਹੈ ਕਿ ਲੋਕ ਇੰਨੇ ਕੁ ਜ਼ਿਆਦਾ ਕਮਲੇ ਨੇ ਵੀ ਉਹ ਇਹਨਾਂ ਦੀ ਪੋਲਿਟਿਕਸ ਨੂੰ ਸਮਝ ਨਹੀਂ ਪਾਉਣਗੇ। ਮੇਰਾ ਖਿਆਲ ਆ ਕਿ ਜਿਸ ਤਰੀਕੇ ਨਾਲ ਅਕਾਲੀ ਦਲ 3 ਸੀਟਾਂ ਤੱਕ ਆਉਂਦਾ ਹੈ, ਜੇ ਅਕਾਲੀ ਦਲ ਨੇ ਸਮੇਂ-ਸਮੇਂ ਤੇ ਆਪਣੇ ਆਪ ਨੂੰ ਨਹੀਂ ਸੁਧਾਰਿਆ ਤੇ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ। ਨਹੀਂ ਤੇ ਲੋਕਾਂ ਦੀ ਪਾਰਟੀ ਲੋਕਾਂ ਵੱਲੋਂ ਚਲਾਈ ਜਾਂਦੀ ਸੀ, ਜਥੇਦਾਰੀ ਸਿਸਟਮ ਸੀਗਾ, ਲੋਕਾਂ ਨੂੰ ਆਪਣੀ ਲੱਗਦੀ ਸੀ। ਉਹ ਜਿਹੜੇ ਨਤੀਜੇ ਆਏ ਆ ਉਹ ਲੋਕਾਂ ਦੇ ਮਨ, ਕੋਸ਼ਿਸ਼ ਤਾਂ ਅਕਾਲੀ ਦਲ ਨੇ ਘੱਟ ਨਹੀਂ ਕੀਤੀ। ਸੁਖਬੀਰ ਸਿੰਘ ਬਾਦਲ ਨੇ ਹਰ ਪੈਂਤੜਾ ਵਰਤਿਆ, ਮੀਡੀਆ ਦਾ ਜਿਸ ਰੂਪ ਚ ਉਹਨਾਂ ਇਸਤੇਮਾਲ ਕੀਤਾ, ਜਿਸ ਤਰੀਕੇ ਨਾਲ ਉਹਨਾਂ ਪੈਂਤੜੇ ਅਖਤਿਆਰ ਕੀਤੇ, ਸਿੱਖ ਪੋਲਿਟਿਕਸ ਵੀ ਕੀਤੀ ਆ, ਉਹਦੇ ਚ ਜਮਾ ਜੋੜ ਵੀ ਕੀਤੇ ਆ, ਮਦਦ ਵੀ ਲਈ ਆ। ਸਿੱਖਾਂ ਨਾਲ ਜਿਨ੍ਹਾਂ ਦੀ ਪੰਗੇਬਾਜ਼ੀ ਸੀ ਉਹਨਾਂ ਦੀ ਮਦਦ ਵੀ ਅਖੀਰਲੇ ਟਾਈਮ ਤੇ ਲਈ ਆ, ਔਰ ਉਹਦੇ ਵਿੱਚ ਹਿੰਦੂ ਚਿਹਰੇ ਵੀ ਅੱਗੇ ਲਿਆਂਦੇ ਆ, ਉਹਦੇ ਚ ਦਲਿਤ ਲੋਕ ਵੀ ਅੱਗੇ, ਕਿਹੜਾ ਨਹੀਂ ਵਰਤਿਆ। ਪਰ ਲੋਕਾਂ ਨੇ ਇੱਕ ਵਾਢਿਓਂ ਰੱਦ ਕਰਤਾ 3 ਸੀਟਾਂ, ਇਤਿਹਾਸਕ ਹਾਰ ਆ। ਤੁਹਾਨੂੰ ਲੱਗਦਾ ਵੀ ਇਹਨਾਂ ਲੋਕਾਂ ਨੂੰ ਕਮਲੇ ਬਣਾਇਆ ਜਾ ਸਕਦਾ ਜਿਹੜੇ ਹੁਣੇ ਐਡਾ ਵੱਡਾ ਫਤਵਾ ਦੇ ਕੇ ਆਏ? ਇਹ ਗੱਲ ਆ। ਮੈਂ ਕਹਿੰਦਾ ਕਮਲੇ ਬਣਾਇਆ ਨਹੀਂ ਜਾ ਸਕਦਾ। ਉਹਨਾਂ ਨੂੰ ਯਕੀਨ ਹੈ। ਦੇਖੋ ਸਿਆਸਤਦਾਨ ਦੀ ਢੀਠਤਾਈ ਜਿਹੜੀ ਹੈ ਨਾ, ਉਹ ਬੜੇ ਵੱਡੇ ਸੈਂਸਿਟਿਵਿਟੀ ਜਿਹੜੀ ਹੈ ਉਹਨੂੰ ਮਿੱਥ ਦਿੰਦੀ ਹੈ। ਤੁਸੀਂ ਮੈਨੂੰ ਪੁੱਛਦੇ ਹੋ ਵੀ ਇਹ ਕੀ, ਉਹਨਾਂ ਨੇ ਸਾਰਾ ਹਲਵਾ ਕਿੱਥੇ ਵਰਤਿਆ? ਅਕਾਲ ਤਖਤ ਨੇ ਜੇ ਕਿਹਾ ਕਮੇਟੀ ਬਣਾਓ, ਸ਼੍ਰੋਮਣੀ ਕਮੇਟੀ ਦੀ ਕਮੇਟੀ ਬਣਾਉਣੀ ਹੈ ਤੇ ਜੱਜ ਸੋਢੀ ਸਾਹਿਬ ਨੂੰ ਚੇਅਰਮੈਨ ਬਣਾਉਂਦੇ, ਉਹਦਾ ਟਾਪ ਦੇ ਵਕੀਲ ਜਿਹੜੇ ਕੁਲਦੀਪ ਸਿੰਘ ਵਰਗੇ ਨੇ ਉਹਨਾਂ ਨੂੰ ਕਮੇਟੀ ਦੇ ਮੈਂਬਰ ਬਣਾਉਂਦੇ। ਇਹ ਬੰਦੇ ਤੇ ਮਤਲਬ ਇਸ ਗੱਲ ਦੀ ਸਿਆਸਤ ਕਰ ਰਹੇ ਨੇ ਵੀ ਤੁਸੀਂ ਸਾਨੂੰ ਉੱਥੇ ਹੀ ਲਿਆਓ ਜਿੱਥੇ ਅਸੀਂ ਪਹਿਲਾਂ ਸੀ ਤੇ ਅਸੀਂ ਤੁਹਾਡੇ ਕੈਦੀ ਛਡਾ ਲਿਆਂਗੇ, ਛਡਾ ਵੀ ਦੇਣ ਸ਼ਾਇਦ। ਮਤਲਬ ਮੋਦੀ ਸਾਹਿਬ ਨਾਲ ਸਮਝੌਤਾ ਕਰ ਲੈਣ ਕਿ ਤੁਸੀਂ ਕੈਦੀ ਛੱਡ ਦਿਓ, ਸਾਨੂੰ ਤਾਕਤ ਮਿਲਦੀ ਹੈ ਤੇ ਸਿਆਸਤਦਾਨ ਕਰ ਸਕਦੇ ਨੇ। ਮੈਂ ਕਹਿਣਾ ਵੀ ਸਾਡੇ ਕੋਲ ਤਾਕਤ ਹੈ ਕਿ ਅਸੀਂ ਕਾਨੂੰਨ ਦੇ ਬੰਦੇ ਆ, ਜਿਹੜੇ ਕਾਨੂੰਨ ਦੇ ਮੁਤਾਬਕ ਬਾਹਰ ਆਉਣੇ ਨੇ ਉਹੀ ਕਾਨੂੰਨ ਦੇ ਆ ਸਕਣਗੇ ਬਾਹਰ। ਜਿਹੜੇ ਸਿਆਸੀ ਤੌਰ ਤੇ ਬਾਹਰ ਆਉਂਦੇ ਨੇ ਉਹਨਾਂ ਦੀ ਸਿਆਸਤ ਪਹਿਲਾਂ ਹੋਏਗੀ, ਬਾਅਦ ਚ ਆਉਣਗੇ। ਮੈਂ ਇਹ ਕਹਿਣਾ ਕਿ 1000 ਰਾਹ ਹੈ ਸਾਡੇ ਕੋਲ। ਮੈਂ ਜੇ ਪੁੱਛੇ ਕੋਈ ਦੱਸਿਆ, ਇੱਕ ਤੁਹਾਨੂੰ ਦੱਸਿਆ ਇਹ ਵੀ ਜੇ ਇਹਨਾਂ ਦੀ ਅਸੀਂ ਬੰਦਿਆਂ ਦੀ ਬਣਾਈਏ ਕਮੇਟੀ ਤੇ ਉਹਨਾਂ ਨੂੰ ਕੌਣ ਜਵਾਬ ਦੇਗਾ? ਇਹਨਾਂ ਬੰਦਿਆਂ ਨੂੰ ਤਾਂ ਸਿਆਸੀ ਤੌਰ ਤੇ ਦੇਖਣਾ ਹੈ। ਇਹ ਤੇ ਹੋ ਸਕਦਾ ਇਕੱਠੇ ਗੁਰਦੁਆਰੇ ਮੱਥਾ ਵੀ ਟੇਕਣ ਨਾ ਜਾ ਸਕਣ, ਮੁੜ ਕੇ ਜਦੋਂ ਬਾਹਰ ਨਿਕਲਦੇ ਨੇ ਇੱਕ ਦੂਜੇ ਨਾਲ ਕਿਸੇ ਨਹੀਂ ਹੁੰਦਾ ਇਹਨਾਂ ਦਾ। ਪਰ ਮੈਨੂੰ ਇਹ ਯਕੀਨ ਹੈ ਕਿ ਅਸੀਂ ਜਿਹੜੇ ਰਾਹ ਤੇ ਸਾਨੂੰ ਸਿੱਖ ਦੇ ਤੌਰ ਤੇ ਤੁਰਨਾ ਚਾਹੀਦਾ ਹੈ, ਗੁਰੂ ਵੱਲੋਂ ਬਖਸ਼ੀ ਹੋਈ ਸਿੱਧ ਦੇ ਤੌਰ ਤੇ ਤੁਰਨਾ ਚਾਹੀਦਾ ਹੈ, ਉਸ ਰਾਹ ਸਾਡੇ ਸਿੱਖ ਸਿਆਸਤ ਬਿਲਕੁਲ ਨਹੀਂ ਤੁਰ ਰਹੇ। ਤੇ ਜੋ ਕੁਝ ਕਰ ਰਹੇ ਨੇ ਉਹਦੇ ਚ ਜੋ ਤੁਹਾਨੂੰ ਚੰਗਾ ਲੱਗਿਆ ਹੈ ਉਹ ਮੈਨੂੰ ਸਮਝ ਨਹੀਂ ਆ ਰਿਹਾ। ਬਿਲਕੁਲ ਠੀਕ ਹੈ, ਹੋ ਸਕਦੀ ਹੈ, ਪਰ ਮੈਂ ਇਹ ਓਨੈਸਟਲੀ ਕਹਿ ਰਿਹਾ ਔਰ ਆਪਣੇ ਐਕਸਪੀਰੀਅੰਸ ਤੋਂ ਬੈਠ ਗਿਆ। ਤੁਸੀਂ ਮਿਸਾਲ ਦੇ, ਜੇ ਮੈਨੂੰ ਮੌਕਾ ਦਿਓ ਤੇ ਮੈਂ 1 ਮਿੰਟ ਵਿੱਚ ਇੱਕ ਗੱਲ ਇਹਦੀ ਸਪੋਰਟ ਵਿੱਚ ਕਹਿਣਾ ਚਾਹੁੰਦਾ। ਇੱਕ ਮੁੰਡਾ ਜਿਹੜਾ ਇਸ ਵੇਲੇ ਬਾਹਰ ਹੈ, ਜਿਵੇਂ ਕਿ ਆਪ ਨਾ ਪੁੱਛੋ, ਬਹੁਤ ਟ੍ਰੈਜਿਕ ਹੈ। ਉਹ ਮੁੰਡਾ ਉਹ ਸੀ ਜਿਹੜਾ ਰਬੈਰੋ ਦੇ ਹਮਲੇ ਵੇਲੇ ਜੀਪ ਚਲਾ ਰਿਹਾ ਸੀ ਤੇ ਫੜਿਆ ਗਿਆ ਸੀ। ਉਹਦੇ ਜਦੋਂ ਝੰਡੇ ਪਾੜ ਕੇ ਉਹਨੂੰ ਮਾਰਨ ਲੱਗੇ ਸੀ, ਉਦੋਂ ਉਹ ਕਹਿਣ ਲੱਗੇ ਤੇਰੀ ਆਖਰੀ ਇੱਛਾ ਕਿ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ।
ਪਾਠ ਕਰ ਰਿਹਾ ਸੀ, ਰਬੈਰੋ ਦਾ ਸੁਨੇਹਾ ਆ ਗਿਆ ਕਿ ਇਹਨੂੰ ਮੇਰੇ ਕੋਲ ਲੈ ਕੇ ਆਓ। ਰਬੈਰੋ ਨੇ ਕਿਹਾ ਵੀ ਜੇ ਤੈਨੂੰ ਛੱਡ ਦਈਏ ਤਾਂ ਕੀ ਕਰੇਗਾ? ਕਹਿੰਦਾ ਇਹੋ ਹੀ ਕਰਾਂਗਾ ਜਿਹੜਾ ਪਹਿਲਾਂ ਕਰਦਾ। ਰਬੈਰੋ ਨੇ ਫੇਰ ਵੀ ਉਹਨੂੰ ਨਹੀਂ ਮਰਨ ਦਿੱਤਾ ਤੇ ਉਹਨੂੰ ਮਤਲਬ ਅੰਦਰ ਭੇਜਤਾ। ਅੰਦਰੋਂ ਨਿਕਲਦਾ ਬਾਹਰ ਚਲਾ ਗਿਆ। ਅੱਜ ਉਹਨੂੰ ਖਾਲਿਸਤਾਨ ਬਾਰੇ ਪੁੱਛੋ, ਉਹਦੇ 3 ਜਵਾਕ ਨੇ, 2 ਮੁੰਡੇ 1 ਕੁੜੀ। ਜਿਹੜੀ ਹਾਲਤ ਵਿੱਚ ਮਿਹਨਤ ਕਰਕੇ ਉਹ ਰਹਿ ਰਿਹਾ ਹੈ, ਜਿੰਨਾ ਪੈਸਾ ਖਰਚ ਕਰਕੇ ਉਹਨੂੰ ਬਾਹਰ ਜਾਣਾ ਪਿਆ, ਜਿਹੜੇ ਉਹ ਮੈਂ ਉਹਦੇ ਕੋਲ 1 ਰਾਤ ਠਹਿਰਿਆ ਸੀ ਤੇ 1 ਰਾਤ 'ਚ ਮੈਂ ਕੰਨਾਂ ਨੂੰ ਹੱਥ ਲਾ ਲਏ। ਮੇਰਾ ਸਿਆਸਤਦਾਨ, ਮੈਨੂੰ ਸਿਆਸਤਦਾਨ ਨਾਲ ਕੋਈ ਨਫ਼ਰਤ ਨਹੀਂ ਹੈ। ਮੈਂ ਬੁਰਾ ਇਹ ਸਮਝਦਾ ਕਿ ਮੈਂ ਬਹੁਤ ਅੱਕਿਆ ਹੋਇਆ। ਮੈਨੂੰ ਸਿਆਸਤ ਤੇ ਮੇਰੀ ਪੂਰੀ ਥੀਸਿਸ ਹੈ ਇਹ ਕਿ ਜੇ ਸਿੱਖ ਸਿਆਸਤਦਾਨ ਤੋਂ ਬਚਣ ਸਿੱਖ, ਤੇ ਸਿੱਖ ਨੂੰ ਕੋਈ ਸਿੱਖ ਦਾ ਵਿਰੋਧੀ ਨਹੀਂ ਮਾਰ ਸਕਦਾ। ਬਿਲਕੁਲ ਠੀਕ ਹੈ। ਆਪਣੇ ਵੱਲੋਂ ਜੇ ਅੰਦਰੋਂ ਸਾਨੂੰ ਬਾਹਰੋਂ ਜਿਹੜਾ ਮਰਨ ਨਾਲ ਲੜਨਾ ਆਉਂਦਾ ਹੈ, ਸਾਨੂੰ ਅੰਦਰੋਂ ਮੁਹੱਬਤ ਨਾਲ ਮਾਰਨ ਵਾਲਿਆਂ ਦਾ ਨਾਲ ਬਿਲਕੁਲ ਚੱਲਣਾ ਨਹੀਂ ਆਉਂਦਾ। ਔਰ ਇਸ ਵੇਲੇ ਅਸੀਂ ਇਸੇ ਸਥਿਤੀ ਵਿੱਚ। ਬਿਲਕੁਲ ਠੀਕ ਹੈ। ਪ੍ਰੋਫੈਸਰ ਸਾਹਿਬ ਦਾ ਅੱਜ ਫੋਨ ਚੱਲਦਾ ਰਹਿ ਗਿਆ ਤੇ ਮੈਨੂੰ ਲੱਗਦਾ ਵੀ ਉਹ ਭੈਣ ਜੀ ਜਵਾਬ ਦਿੰਦੇ ਹੀ ਥੱਕ ਗਏ ਨੇ। ਤੇ ਜੇ ਥੋੜੀ ਬਹੁਤੀ ਦੋਸਤੋ ਡਿਸਟਰਬੈਂਸ ਮਹਿਸੂਸ ਕਰੋ ਤੇ ਇਹਨੂੰ ਦਰਕਿਨਾਰ ਕਰ ਦਿਓ। ਇਹ ਪਰਿਵਾਰਾਂ ਦੇ ਵਿੱਚ ਚੱਲਦਾ ਹੀ ਰਹਿੰਦਾ। ਮੈਂ ਜੋਧਕਾ ਸਾਹਿਬ, ਕਿਉਂਕਿ ਆਪਾਂ ਬੜੇ ਸੀਰੀਅਸ ਵਿਸ਼ੇ ਦੇ ਉੱਤੇ ਅੱਗੇ ਵੱਧ ਰਹੇ ਹਾਂ, ਤੁਸੀਂ ਪ੍ਰੋਫੈਸਰ ਸਾਹਿਬ ਦੀ ਗੱਲ ਨੂੰ ਕਿਵੇਂ ਅੱਗੇ ਵਧਾਓਗੇ? ਮੇਰਾ ਸਵਾਲ ਪਾਸੇ ਰੱਖ ਲੈਂਦੇ ਆ, ਕਿਵੇਂ ਵਧਾਓਗੇ? ਨਹੀਂ, ਮੈਂ ਪੂਰੀ ਤਰ੍ਹਾਂ ਇਹਨਾਂ ਨਾਲ ਮਤਲਬ ਸਹਿਮਤ ਹੈਗਾ ਇੱਕ ਬ੍ਰੌਡਰ ਲੈਵਲ ਤੇ ਮੈਨੂੰ ਲੱਗਦਾ ਕਿ ਇਹ ਜਿਹੜੇ ਸਵਾਲ ਇਹਨਾਂ ਨੇ ਰੇਜ਼ ਕੀਤੇ ਆ, ਇਹਨਾਂ ਨੂੰ 3 ਹਿੱਸਿਆਂ ਦੇ ਵਿੱਚ ਵੰਡ ਕੇ ਦੇਖਿਆ ਜਾਣਾ ਚਾਹੀਦਾ। ਪਹਿਲੀ ਗੱਲ ਤਾਂ ਜਿਹੜੀ ਇਹਨਾਂ ਨੇ ਕਿਹਾ ਨਾ, ਸਿਆਸਤ ਤੇ ਕਾਨੂੰਨ ਵੱਖਰੇ ਹੈਗੇ, ਇਹ ਅੱਜ ਦੀ ਸੱਚਾਈ ਨਹੀਂ ਹੈਗੀ। ਅਸੀਂ ਜੇ ਬੰਦੇ ਆਪਣੇ ਆਜ਼ਾਦ ਕਰਾਣੇ ਆ ਤਾਂ ਉਹਦੇ ਵਿੱਚ ਸਿਆਸਤ ਨੂੰ ਲਿਆਣਾ ਪੈਣਾ, ਕਿਉਂਕਿ ਉਹਨੂੰ ਫੜ ਕੇ ਸਿਆਸਤ ਬੈਠੀ ਹੈਗੀ ਜੀ। ਇੰਨੀ ਸਿਆਸਤ ਹੁੰਦੀ ਹੈ ਦਿੱਲੀ ਦੇ ਵਿੱਚ ਕਾਨੂੰਨਾਂ ਨੂੰ ਚਲਾਉਣ ਵਾਸਤੇ, ਇਹ ਬੜੀ ਬਿਲਕੁਲ ਕਲੀਅਰਲੀ ਦਿਖਾਈ ਦੇ ਰਹੀ ਹੈ। ਇਹਦੇ ਵਿੱਚ ਕੋਈ ਬਹੁਤੇ ਲੰਬੇ ਚੌੜੇ ਤੁਹਾਨੂੰ ਲੈਂਸ ਦੀ ਲੋੜ ਨਹੀਂ ਹੈਗੀ, ਇਤਿਹਾਸ ਦੀ ਲੋੜ ਨਹੀਂ ਹੈਗੀ। ਅੱਜ ਦਾ ਜਿਹੜਾ ਕਾਨੂੰਨ ਹੈਗਾ ਉਹ ਸਿਆਸਤ ਤੋਂ ਬਾਹਰ ਨਹੀਂ ਹੈਗਾ। ਅਨਫੋਰਚੂਨੇਟਲੀ ਰਿਐਲਿਟੀ ਹੋ ਗਈ ਹੈ ਤੇ ਉਸ ਨੂੰ ਸਮਝ ਕੇ ਕਿਸ ਹਿਸਾਬ ਨਾਲ ਸਾਨੂੰ ਆਪਣੇ ਸਿੱਖਾਂ ਦੇ ਜਿਹੜੇ ਸੈਕਟੇਰੀਅਨ ਇੰਟਰਸਟ ਹੈ ਉਹਨਾਂ ਦੇ ਬਾਰੇ ਸੋਚਣਾ ਪੈਣਾ। ਦੂਜੀ ਗੱਲ ਇੱਕ ਹੋਰ ਇਹਨਾਂ ਨੇ ਜਿਹੜੀ ਮਤਲਬ ਉਹ ਹਿੰਟ ਕੀਤਾ, ਜਿਹਦੇ ਬਹੁਤ ਅਹਿਮ ਗੱਲ ਹੈਗੀ, ਉਹ ਇਹ ਹੈਗੀ ਕਿ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਸਿੱਖ ਲੌਬੀ ਹੈਗੀ ਨੈਸ਼ਨਲੀ, ਤੇ ਕਿਸੇ ਨਾ ਕਿਸੇ ਲੈਵਲ ਤੇ ਪੰਜਾਬ ਤੇ ਵੀ ਕਿਹਾ ਜਾ ਸਕਦਾ ਉਹ ਵਿਦਿਨ ਪੰਜਾਬ ਆਲਸੋ, ਉਹ ਲੌਬੀ ਕਿਧਰੇ ਨਾ ਕਿਧਰੇ ਮੈਲਟ ਹੋ ਰਹੀ ਆ, ਉਹ ਵੀਕ ਹੋ ਗਈ ਆ। ਸਿੱਖਾਂ ਦੀ ਕੋਈ ਆਵਾਜ਼ ਨਹੀਂ ਬਚੀ। ਜਿਹੜੀ ਕੋਈ ਬੰਦਾ ਕਹੇਗਾ ਮੈਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ, ਕੌਣ ਰਿਪਰੈਜ਼ੈਂਟ ਕਰਦਾ ਅੱਜ ਸਿੱਖਾਂ ਨੂੰ? ਬਾਦਲ ਸਿੱਖਾਂ ਨੂੰ ਸਿੱਖ ਨਹੀਂ ਕਹਿਣਗੇ, ਸਾਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ। ਮਾਨ ਸਾਹਿਬ ਤੁਸੀਂ ਵੀ ਕਹਿ ਰਹੇ ਹੋ ਰਿਪਰੈਜ਼ੈਂਟ ਨਹੀਂ ਕਰਦੇ, ਸਰ ਨੇ ਉਹਦੇ ਵੈਸੇ ਕੋਈ ਲੈਜੀਟਿਮੇਸੀ ਨਹੀਂ ਹੈਗੀ। ਕੌਣ ਹੈਗਾ ਜੋ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ? ਕੌਣ ਕਹਿੰਦਾ ਜੀ ਮੇਰੇ ਕੋਲ 20% ਸਿੱਖਾਂ ਦਾ ਵੋਟ ਹੈ, 40% ਸਿੱਖਾਂ ਦਾ ਵੋਟ ਹੈ, ਸਾਰਿਆਂ ਦੀ ਦੂਰ ਛੱਡੋ? ਕੌਣ ਹੈਗਾ ਜਥੇਦਾਰ ਜਿਹੜਾ ਸਿੱਖਾਂ ਨੇ ਪਿੰਡ ਦੇ ਸਿੱਖਾਂ ਨੂੰ ਵੀ ਰਿਪਰੈਜ਼ੈਂਟ ਕਰਦਾ ਹੋਏ? ਇਹ ਜਿਹੜਾ ਬਹੁਤ ਵੱਡਾ ਕ੍ਰਾਈਸਿਸ ਹੈਗਾ ਕੌਮ ਦੇ ਵਾਸਤੇ, ਤੇ ਇਹ ਬੜਾ ਡੇਂਜਰਸ ਕ੍ਰਾਈਸਿਸ ਹੈਗਾ, ਇਹਨੂੰ ਇੰਨਾ ਲਾਈਟਲੀ ਨਾ ਲਓ। ਸਿੱਖਾਂ ਦੀ ਲੌਬੀ ਬਣਾਉਣਾ, ਸਿੱਖਾਂ ਦਾ ਇੱਕ ਸਪੋਕਸਪਰਸਨ ਬਣਾਉਣਾ, ਇੱਕ ਸਿੱਖਾਂ ਦੀ ਵੌਇਸ ਆਰਟੀਕੂਲੇਟ ਕਰਨਾ ਬਹੁਤ ਜ਼ਰੂਰੀ ਹੈਗਾ। ਇਸੇ ਕਰਕੇ ਰੰਧਾਵਾ ਸਾਹਿਬ ਵਰਗਿਆਂ ਦਾ ਜਿਹੜਾ ਪ੍ਰੋਗਰਾਮ ਹੈ, ਇਹਦੀ ਵੈਲਿਊ ਹੈਗੀ। ਇੱਕ ਨਵੀਂ ਸਿੱਖ ਸਿਵਲ ਸੁਸਾਇਟੀ ਇਵੋਲਵ ਹੋ ਰਹੀ ਹੈ ਪੰਜਾਬ ਦੇ ਵਿੱਚ, ਤੇ ਉਸ ਨੂੰ ਆਈਡੈਂਟੀਫਾਈ ਕਰਨਾ ਤੇ ਉਹਨੂੰ ਸਟਰੈਂਗਥਨ ਕਰਨਾ ਬੜਾ ਜ਼ਰੂਰੀ ਹੈਗਾ। ਉਹ ਜਿਹੜੀ ਪੁਰਾਣੀ ਜਥੇਦਾਰੇ ਵਾਲੀ ਪੋਲਿਟਿਕਸ ਸੀਗੀ, ਉਹ ਪਿੰਡ ਤੋਂ ਨਿਕਲੀ ਸੀਗੀ, ਉਹ ਖੇਤੀ ਤੋਂ ਨਿਕਲੀ ਸੀਗੀ। ਕਿਸੇ ਨਾ ਕਿਸੇ ਤਰੀਕੇ ਨਾਲ ਉਹ ਇੱਕ ਜੱਟਾਂ ਦਾ ਹੋਲਡ ਵੀ ਸੀਗਾ ਪੰਜਾਬ ਤੇ ਪੰਜਾਬ ਦੇ ਸਮਾਜ ਤੇ ਵੀ ਹੋਲਡ ਸੀਗਾ। ਉਹ ਰਿਪਰੈਜ਼ੈਂਟ ਕਰਦੇ ਸੀਗੇ, ਉਹ ਸੈਕੂਲਰ ਲੈਂਗੁਏਜ ਵਿੱਚ ਵੀ ਆ ਕੇ ਬੋਲਦੇ ਸੀਗੇ। ਬੜੇ ਸਿਆਣੇ ਲੀਡਰ ਸੀਗੇ, ਬੜੇ ਆਰਟੀਕੂਲੇਟ ਲੀਡਰ ਸੀਗੇ। ਪੰਜਾਬ ਦੇ ਲੀਡਰਸ਼ਿਪ ਦੇਖੋ ਤੁਸੀਂ, ਉਹਦਾ ਰਿਮਾਰਕੇਬਲ ਉਹਨਾਂ ਦੀ ਜਿਹੜੀ ਅੰਡਰਸਟੈਂਡਿੰਗ ਹੈ, ਇਮੇਜਿਨੇਸ਼ਨ ਹੈਗੀ, ਦੇਖੋ ਤੁਸੀਂ ਉਹਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਕਿਸੇ ਨਾ ਕਿਸੇ ਲੈਵਲ ਤੇ ਜਿਹੜੇ ਹਿਸਾਬ ਨਾਲ ਖਾਲਿਸਤਾਨ ਮੂਵਮੈਂਟ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਪੰਜਾਬ ਨੂੰ ਸੈਟਬੈਕ ਲੱਗਿਆ ਸੀਗਾ, ਇੱਕ ਹਾਰ ਸੀਗੀ ਉਹ ਕਿਸੇ ਨਾ ਕਿਸੇ ਲੈਵਲ ਤੇ। ਸਿੱਖਾਂ ਨੇ ਖਾਲਿਸਤਾਨ ਮੂਵਮੈਂਟ ਨੂੰ ਕੀਤਾ ਹੋਏ ਨਾ ਕੀਤਾ ਹੋਏ, ਪਰ ਦੁਨੀਆ ਦੇ ਨਜ਼ਰ ਦੇ ਵਿੱਚ ਉਹ ਸਿੱਖਾਂ ਦਾ ਮੂਵਮੈਂਟ ਸੀਗਾ ਜਿਹੜਾ ਸੈਂਟਰ ਨੇ ਹਰਾ ਦਿੱਤਾ ਸੀਗਾ। ਉਸ ਟਾਈਮ ਤੇ ਮੈਂ ਵੀ ਕਹਾਂਗਾ ਸਿੱਖ ਜਿਹੜਾ ਲੀਡਰਸ਼ਿਪ ਸੀਗੀ, ਸਿੱਖ ਇੰਟੈਲੀਜੈਂਸੀਆ ਸੀਗਾ, ਜਿੰਨੀਆਂ ਮਰਜ਼ੀ ਤੁਸੀਂ ਗਾਲਾਂ ਕੱਢ ਲਓ, ਉਹਨਾਂ ਨੇ ਬੜਾ ਇੰਟੈਲੀਜੈਂਟਲੀ ਰੋਲ ਪਲੇ ਕਰਕੇ ਸਿੱਖਾਂ ਨੂੰ ਵਾਪਸ ਮੇਨ ਸਟ੍ਰੀਮ ਕਰਤਾ। ਮਨਮੋਹਨ ਸਿੰਘ ਵਰਗਾ ਬੰਦਾ ਤੁਹਾਡਾ ਪ੍ਰਾਈਮ ਮਿਨਿਸਟਰ ਬਣ ਜਾਂਦਾ, ਪਰ ਕਿਸੇ ਨੇ ਅਟੈਕ ਨਹੀਂ ਕੀਤਾ ਮਨਮੋਹਨ ਸਿੰਘ ਦੇ, ਕਿਉਂਕਿ ਪੱਗ ਬੰਨੀ ਆ ਉਸਨੇ। ਉਹਨੂੰ ਕਿਸੇ ਨੇ ਖਾਲਿਸਤਾਨੀ ਨਹੀਂ ਕਿਹਾ, ਉਹਨੂੰ ਕਿਸੇ ਨੇ ਕੋਈ ਟੈਰਰਿਸਟ ਨਹੀਂ ਕਿਹਾ, ਉਹਨੂੰ ਕਿਸੇ ਨੇ ਮਾਈਨੋਰਿਟੀ ਵੀ ਨਹੀਂ ਕਿਹਾ। ਉਹ ਬੜੇ ਧੜੱਲੇ ਨਾਲ ਉਹਨੇ ਰਾਜ ਕੀਤਾ 10 ਸਾਲ। ਜੋ ਵੀ ਤੁਹਾਨੂੰ ਬਾਕੀ ਕਹਿਣ ਵਾਲੇ ਕਹੀ ਜਾਣ, ਉਹਦੀ ਜਿੰਨੀ ਅੱਜ ਇੱਜ਼ਤ ਹੈ। ਮਨਮੋਹਨ ਸਿੰਘ ਆ ਕੇ ਇੱਕ ਗੱਲ ਬੋਲਦਾ, ਜਿੰਨੇ ਲੋਕੀ ਮੈਂ ਦੇਖਿਆ IIC ਚ ਜਦੋਂ ਉਹ ਖੜਾ ਹੁੰਦਾ ਤਾਂ ਤਾੜੀਆਂ ਜਿਵੇਂ ਵੱਜਦੀਆਂ, ਦਿਲੋਂ ਨਿਕਲਦੀਆਂ ਲੋਕਾਂ ਦੀ। ਉਹ ਇੱਕ ਖਾਸ ਕਿਸਮ ਦਾ ਇੱਕ ਸਿੰਬਲ ਜਿਹੜਾ ਹੈ, ਉਹ ਕਿਸੇ ਨਾ ਕਿਸੇ ਲੈਵਲ ਤੇ ਸਿੱਖ ਚ ਬ੍ਰੌਡ ਸੋਚਿਆ ਜਾਏ। ਤੁਸੀਂ ਸਿਰਫ ਉਹਨੂੰ ਅਕਾਲੀਆਂ ਤੋਂ ਦੂਰ ਕਰਕੇ ਦੇਖੋ, ਜਿਹੜੀ ਸਿੱਖ ਲੀਡਰਸ਼ਿਪ ਹੈ ਉਹਨੇ ਸੋਚ ਸਮਝ ਕੇ ਕੰਮ ਕੀਤਾ, ਉਹਦੀ ਇੱਕ ਕ੍ਰੈਡੀਬਿਲਿਟੀ ਦੇਣੀ ਜ਼ਰੂਰੀ ਹੈਗੀ। ਤੀਜੀ ਗੱਲ ਜਿਹੜੀ ਤੁਸੀਂ ਕਹੀ ਉਹ ਬਹੁਤ ਬਹੁਤ ਇੰਪੋਰਟੈਂਟ, ਸਭ ਤੋਂ ਅਹਿਮ ਗੱਲ ਉਹੀ ਹੈਗੀ। ਤੇ ਉੱਥੇ ਸਾਨੂੰ ਲੋੜ ਹੈ ਆਉਣ ਵਾਲੀ ਜਨਰੇਸ਼ਨ ਨੂੰ ਉਹਦੇ ਵਾਸਤੇ ਸੋਚਣਾ, ਸਾਨੂੰ ਵੀ ਨਾਲ ਲੱਗ ਕੇ ਸੋਚਣਾ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਸਿੱਖ ਇੰਸਟੀਟਿਊਸ਼ਨਸ ਨੂੰ ਕਿਵੇਂ ਬਚਾਈਏ।
ਉਹੀ ਹੈ ਤੁਹਾਡੀ ਜਿਹੜਾ ਸਟਰੈਂਥ ਜਿਹੜੀ ਆਏਗੀ ਤੁਹਾਡੇ ਇੰਸਟੀਟਿਊਸ਼ਨ ਤੋਂ ਆਏਗੀ। ਪਰ ਉਹ ਬਚਾਉਣ ਦੇ ਵਾਸਤੇ ਸਾਨੂੰ ਆਪਣੀ ਰਿਐਲਿਟੀ ਨੂੰ ਸਮਝਣਾ ਪੈਣਾ ਹੈਗਾ, ਕਿਉਂਕਿ ਜਿਹੜਾ ਤੁਹਾਡਾ ਗਰਾਊਂਡ ਲੈਵਲ ਹੈ ਉਹ ਪੂਰੀ ਤਰ੍ਹਾਂ ਚੇਂਜ ਹੋ ਚੁੱਕਿਆ ਜਦੋਂ ਉਹਨੇ ਇਨਵੈਂਟ ਕੀਤਾ ਹੈਗਾ। ਹੁਣ ਤੁਸੀਂ ਕਿਵੇਂ ਸਿੱਖ ਇੰਸਟੀਟਿਊਸ਼ਨਸ ਇਮੇਜਿਨ ਕਰੋਗੇ? ਪਹਿਲੇ ਇਹ ਸੀਗਾ ਕਿ ਸਾਡੇ ਦਾ ਪੋਲਿਟਿਕਸ ਤੇ ਰਿਲੀਜਨ ਜਿਹੜਾ ਉਹਦੇ 'ਚ ਕੋਈ ਸੈਪਰੇਸ਼ਨ ਹੈ ਹੀ ਨਹੀਂ ਜੀ। ਉਹ ਜਿਵੇਂ ਤੁਸੀਂ ਐਸਜੀਪੀਸੀ ਬਣਾਈ ਸੀ, ਐਸਜੀਪੀਸੀ ਦੇ ਵਿੱਚੋਂ ਹੀ ਤੁਹਾਡਾ ਅਕਾਲੀ ਦਲ ਨਿਕਲਿਆ। ਅਕਾਲੀ ਦਲ ਨੇ ਸਿੱਖੀ ਦਾ ਵੀ ਲੜਾਈ ਲੜਨੀ ਹੈ, ਜਸਟਿਸ ਦੀ ਵੀ ਲੜਾਈ ਲੜਨੀ ਹੈ। ਸਾਡੀ ਬਾਣੀ ਵੀ ਇਸ ਤਰ੍ਹਾਂ ਕਹਿੰਦੀ ਹੈ ਜੀ, ਜਸਟਿਸ ਤਾਂ ਪਪੂਲਰ ਜਸਟਿਸ ਹੁੰਦਾ, ਪੋਲੀਟੀਕਲ ਜਸਟਿਸ ਹੁੰਦਾ ਨਾ। ਜਸਟਿਸ ਕੀ ਸਿਰਫ ਰਿਲੀਜੀਅਸ ਤਾਂ ਨਹੀਂ ਹੋ ਸਕਦਾ, ਜੇ ਕੋਈ ਹੋ ਰਿਹਾ ਲੰਗਰ ਵੀ ਦੇ ਰਹੇ ਹੋ ਉਹ ਵੀ ਪੋਲੀਟੀਕਲ ਹੈਗਾ। ਪਰ ਹੁਣ ਤੁਸੀਂ ਕਿਵੇਂ ਇਮੇਜਿਨ ਕਰੋਗੇ ਸਿੱਖੀ ਪੋਲਿਟਿਕਸ ਨੂੰ, ਸਿੱਖ ਇੰਸਟੀਟਿਊਸ਼ਨ ਨੂੰ? ਉਹਦੇ ਵਾਸਤੇ ਪੰਜਾਬ ਦਾ ਜਿਹੜਾ ਧਰਾਤਲ ਬਦਲਿਆ ਹੈਗਾ ਤੇ ਸਿੱਖ ਕੌਮ ਦਾ ਜਿਹੜਾ ਸਪਰੈਡ ਹੋਇਆ ਪਿਛਲੇ 25 30 50 ਸਾਲਾਂ ਦੇ ਵਿੱਚ, ਉਹਦੇ ਵਿੱਚ ਆਪਾਂ ਨੂੰ ਬੈਠ ਕੇ ਐਕੈਡੈਮਿਕਲੀ, ਇੰਪੀਰੀਕਲੀ ਤੇ ਪੋਲੀਟੀਕਲੀ ਤੇ ਰੰਧਾਵਾ ਸਾਹਿਬ ਵਰਗੇ ਬੰਦਿਆਂ ਦੇ ਨਾਲ ਬੈਠ ਕੇ ਸੋਚਣਾ ਪੈਣਾ। ਕਿਉਂਕਿ ਅੱਜ ਦਾ ਜਿਹੜਾ ਸਿੱਖ ਕੌਮ ਹੈਗੀ ਇਹ ਸੋਸ਼ੀਓਲੋਜੀਕਲੀ ਸਪੀਕਿੰਗ, ਸਮਾਜਿਕ ਤੌਰ ਤੇ ਦੇਖਿਆ ਜਾਏ ਉਹ ਬਹੁਤ ਵੱਖਰੀ ਹੈਗੀ। ਅੱਜ ਦਾ ਜਿਹੜਾ ਯੂਥ ਹੈਗਾ ਉਹ ਇਹ ਨਹੀਂ ਕਹਿੰਦਾ ਉਹਨਾਂ ਨੂੰ ਸਿੱਖੀ ਨਾਲ ਮੋਹ ਨਹੀਂ ਹੈਗਾ, ਉਹ ਭਾਵੇਂ ਉਹਨਾਂ ਨੇ ਵਾਲ ਨਾਲ ਰੱਖੇ ਹੋਣ, ਜੋ ਵੀ ਹੈਗਾ, ਜਿਹੜੀ ਕਮਿਟਮੈਂਟ ਹੈਗੀ ਉਹ ਵੀ ਹੈਗਾ, ਸੋਚਦੇ ਵੀ ਹੈਗੇ। ਪਰ ਉਹਦਾ ਧਰਾਤਲ ਬਦਲ ਗਿਆ, ਉਹਦੀ ਐਗਜ਼ਿਸਟੈਂਸ ਬਦਲ ਗਈ ਹੈ। ਪੰਜਾਬ ਦੇ ਵਿੱਚ ਇੱਕ ਅਰਬਨਾਈਜੇਸ਼ਨ ਹੋਇਆ, ਪਿੰਡ ਵਿੱਚ ਕੋਈ ਨਹੀਂ ਬਚਿਆ ਹੁਣ ਪੰਜਾਬ ਦਾ। ਜਿਹੜੇ ਸਾਹਮਣੇ ਪੁਰਾਣੇ ਪਿੰਡ ਸੀਗੇ, ਹਰ ਜਿਹੜਾ ਖੇਤੀ ਵਾਲੀ ਫੈਮਿਲੀ ਹੈਗੀ ਉਹ ਪਲੂਰੀ ਐਕਟਿਵ ਹੈਗਾ, ਉਹ ਸਿਰਫ ਕੋਈ ਖੇਤੀ ਨਹੀਂ ਕਰਦੇ, ਉਹਨਾਂ ਦੇ ਨਾਲ ਹੋਰ ਆਕੂਪੇਸ਼ਨ ਹੈਗੇ। ਭਾਵੇਂ ਉਹ ਛੋਟਾ ਜਿਹੜਾ ਜ਼ਮੀਂਦਾਰ ਉਹਦੇ ਕੋਲ ਵੀ ਕੋਈ ਉਹਨੇ ਟੈਕਸੀ ਪਾਈ ਹੋਣੀ ਹੈ, ਜਾਂ ਇੱਕ ਬੱਚਾ ਬਾਹਰ ਡਰਾਈਵਰੀ ਕਰ ਰਿਹਾ ਜਾਂ ਕੁਝ ਹੋਰ ਕਰ ਰਿਹਾ। ਜਿਹੜੇ ਵੱਡੇ ਜ਼ਮੀਂਦਾਰ ਉਹਨਾਂ ਦੀ ਇਨਵੈਸਟਮੈਂਟ ਹੈਗੇ ਸ਼ਹਿਰਾਂ ਦੇ ਵਿੱਚ। ਇੱਕ ਮਿਡਲ ਕਲਾਸ ਡਿਵੈਲਪ ਹੋਈ ਹੈ, ਮਿਡਲ ਕਲਾਸ ਕਲਚਰ, ਮਿਡਲ ਕਲਾਸ ਸੈਂਸਿਬਿਲਿਟੀ ਤੇ ਮਿਡਲ ਕਲਾਸ ਐਸਪੀਰੇਸ਼ਨ ਡਿਵੈਲਪ ਹੋਈ ਹੈ। ਸਾਡੀਆਂ ਜਿਹੜੀਆਂ ਔਰਤਾਂ ਹੈਗੀਆਂ ਦੇ ਆਰ ਡੂਇੰਗ ਵੈਰੀ ਵੈਲ। ਕਿਸੇ ਨਾ ਕਿਸੇ ਲੈਵਲ ਤੇ ਸਾਡੀਆਂ ਪ੍ਰੋਬਲਮਸ ਵੀ ਹੈਗੀਆਂ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਸਿਰਫ ਪੋਜ਼ਿਟਿਵ ਗੱਲਾਂ ਤੇ ਦੇਖੋ, ਨੈਗੇਟਿਵ ਵੀ ਦੇਖੋ, ਪਰ ਕਿਸੇ ਨਾ ਕਿਸੇ ਲੈਵਲ ਤੇ ਇਸ ਨੂੰ ਇੱਕ ਮੋਰਲ ਕੁਐਸਚਨ ਨਾ ਸਮਝ ਕੇ ਇੱਕ ਰੀਅਲ ਹਿਸਟੋਰੀਕਲ ਕੁਐਸਚਨ ਵੀ ਸਮਝਣਾ ਪੈਣਾ। ਉਸ ਨੂੰ ਸਮਝ ਕੇ ਕਿਵੇਂ ਫਿਰ ਤੁਸੀਂ ਸਿੱਖ ਇੰਸਟੀਟਿਊਸ਼ਨ ਨੂੰ ਰੀਇਮੇਜਿਨ ਕਰੋਗੇ। ਹੁਣ ਜੇ ਤੁਸੀਂ ਕਹਿੰਦੇ ਹੋ ਕਿ ਐਸਜੀਪੀਸੀ ਇੱਕ ਗਲੋਬਲ ਸਿੱਖ ਇੰਸਟੀਟਿਊਸ਼ਨ ਹੈ, ਉਹਦੇ ਵਾਸਤੇ ਤੁਹਾਨੂੰ ਨੈਗੋਸ਼ੀਏਟ ਕਰਨਾ ਪੈਣਾ ਸਟੇਟ ਦੇ ਨਾਲ ਕਿ ਇਹ ਜੀ ਇੰਡੀਆ ਦਾ ਇੰਸਟੀਟਿਊਸ਼ਨ ਨਹੀਂ ਹੈਗਾ, ਇਹ ਪੰਜਾਬ ਦਾ ਨਹੀਂ ਹੈਗਾ, ਇਹ ਸਿੱਖਾਂ ਦਾ ਇੰਸਟੀਟਿਊਸ਼ਨ ਹੈਗਾ। ਸਿੱਖਾਂ ਦੀ ਆਬਾਦੀ ਭਾਵੇਂ ਬਾਹਰ ਤੁਹਾਡੀ 15% ਜਾਂ 20% ਹੋਏ, ਪਰ ਸਾਡੇ ਵਾਸਤੇ ਉਹ ਬਹੁਤ ਅਹਿਮ ਆਬਾਦੀ ਹੈਗੀ। ਹੁਣ ਤੁਸੀਂ ਗਲੋਬਲਾਈਜ਼ ਵਰਲਡ ਦੇ ਵਿੱਚ ਕਿਵੇਂ ਸਿੱਖਾਂ ਨੂੰ ਇਮੇਜਿਨ ਕਰੋਗੇ, ਕਿਵੇਂ ਸਿੱਖਾਂ ਦੇ ਇੰਸਟੀਟਿਊਸ਼ਨਸ ਇਮੇਜਿਨ ਕਰੋਗੇ? ਇਹਦੇ ਤੇ ਸਾਨੂੰ ਸੋਚਣਾ ਬੜਾ ਜ਼ਰੂਰੀ ਹੈਗਾ। ਇੱਕ ਲਾਈਨ ਬਣਾਣੀ ਤੇ ਉਹਦੇ ਵਾਸਤੇ ਨਵੇਂ ਲੀਡਰ ਆਣਗੇ। ਇਹਨਾਂ ਦੇ ਵਾਸਤੇ ਨਹੀਂ ਹੈਗਾ, ਇਹਨਾਂ ਨੇ ਨਹੀਂ ਕਰਨਾ। ਇਹ ਕੋਈ ਪੋਲਿਟਿਕਸ ਕਰਨਗੇ, ਭਾਵੇਂ ਮਾਨ ਸਾਹਿਬ ਹੋਣ, ਭਾਵੇਂ ਬਾਦਲ ਹੋਣ, ਸਰਨਾ ਹੋਣ। ਇਹਨਾਂ ਨੇ ਤਾਂ ਆਪਣੇ ਜਿਹੜੇ ਬੇਸਿਕਲੀ ਉਹ ਟੁਕੜੇ ਮਿਲਾ ਕੇ ਤੇ ਕਿਸੇ ਨਾ ਕਿਸੇ ਤਰੀਕੇ ਆਪਣਾ ਕੰਮ ਕਰਵਾਉਣਾ, ਦਿੱਲੀੋਂ ਜਾਂ ਚੰਡੀਗੜ੍ਹੋਂ ਜਾਂ ਤੁਹਾਡੇ ਅੰਮ੍ਰਿਤਸਰ ਦੇ ਵਿੱਚ, ਜਾਂ ਉੱਥੇ ਪੈਸੇ ਹੈਗੇ, ਇੱਥੇ ਰਿਸੋਰਸ ਹੈਗਾ, ਜਾਂ ਉੱਥੋਂ ਲੈਜੀਟੀਮੇਸੀ ਮਿਲ ਜਾਏਗੀ, ਇੱਥੇ ਨੈਤਿਕ ਮਿਲੇਗੀ। ਉਹਦੇ ਨਾਲ ਚੱਲਣਾ ਨਹੀਂਗਾ, ਉਹਦੀ ਕੋਈ ਲਾਈਫ ਨਹੀਂ ਹੈਗੀ। ਹੁਣ ਉਹ 5 ਸਾਲ ਚੱਲ ਜਾਣ, 20 ਸਾਲ ਚੱਲ ਜਾਣ, ਪਤਾ ਨਹੀਂਗਾ, ਪਰ ਇਸ ਤੋਂ ਜ਼ਿਆਦਾ ਨਹੀਂ ਚੱਲਣਗੇ। ਨਵੀਂ ਲੀਡਰਸ਼ਿਪ ਨਿਕਲੇਗੀ ਔਰ ਉਹ ਅਸੀਂ ਕੀ ਰੋਲ ਪਲੇ ਕਰ ਸਕਦੇ ਹਾਂ, ਕਿਵੇਂ ਉਹਨਾਂ ਨੂੰ ਡਾਇਰੈਕਸ਼ਨ ਦਈਏ ਕਿ ਤੁਸੀਂ ਸਿੱਖ ਇੰਸਟੀਟਿਊਸ਼ਨ ਨੂੰ ਰੀਇਮੇਜਿਨ ਕਰੋ। ਡਾਇਸਪੋਰਾ ਵੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਉਹ ਵੀ ਆਪਸ ਵਿੱਚ ਲੜਦੇ ਹੈਗੇ, ਨਾਲੇ ਉਹ ਉੱਥੇ ਬੈਠੇ ਹੈਗੇ। ਉਹਨਾਂ ਦਾ ਕੰਟੈਕਸਟ ਵੀ ਵੱਖਰਾ ਹੈਗਾ, ਹਰ ਕੰਟਰੀ ਦਾ ਕੰਟੈਕਸਟ ਵੱਖਰਾ ਹੈਗਾ। ਪਰ ਉਹਦੇ ਵਾਸਤੇ ਅੱਜ ਪੋਸੀਬਿਲਿਟੀਜ਼ ਹੈਗੀਆਂ। ਹੁਣ ਜਿਹੜਾ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਇਹ ਗਲੋਬਲੀ ਰੀਅਲ ਟਾਈਮ ਵਿੱਚ ਦੇਖਿਆ ਜਾ ਸਕਦਾ ਤੇ ਗੱਲਾਂ ਵੀ ਕੀਤੀਆਂ ਜਾ ਸਕਦੀਆਂ। ਉਸ ਪੋਸੀਬਿਲਿਟੀਜ਼ ਨੂੰ ਕਿਵੇਂ ਲਿਆ ਕੇ ਤੁਸੀਂ ਇੱਕ ਧਰਾਤਲ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਡਿਸਕੋਰਸ ਪ੍ਰੀਪੇਅਰ ਕਰਕੇ, ਜਿਹਦੇ ਵਿੱਚ ਸਿੱਖੀ ਆਪਣੇ ਆਪ ਨੂੰ ਆਈਡੈਂਟੀਫਾਈ ਵੀ ਕਰ ਸਕੇ ਤੇ ਆਪਣੇ ਆਪ ਨੂੰ ਸੈਲਫ ਰੀਅਲਾਈਜ਼ ਵੀ ਕਰ ਸਕੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦੀ ਗੱਲ ਨੂੰ ਜੇਕਰ ਮੈਂ ਬਿਲਕੁਲ ਥੋੜੇ ਸ਼ਬਦਾਂ ਦੇ ਵਿੱਚ ਸਮਝ ਸਕਿਆ ਤੇ ਦੋਸਤੋ ਇਹੀ ਹੈ ਕਿ ਜੇਕਰ ਤੁਸੀਂ ਸਿੱਖਾਂ ਦੀ ਕਿਸੇ ਗੱਲ ਤੇ ਆਓਗੇ ਤਾਂ ਤੁਹਾਨੂੰ ਵੱਖ-ਵੱਖ ਵਿਚਾਰ ਮਿਲਣਗੇ ਤੇ ਲੜਾਈ ਮਿਲੂਗੀ। ਅਮੂਮਨ ਇਹ ਹੋ ਰਿਹਾ ਕਿ ਆਪਾਂ ਦਿਲੋਂ ਸੁਹਿਰਦ ਹੋ ਕੇ ਵੀ ਜਦੋਂ ਕਿਸੇ ਮੁੱਦੇ ਨੂੰ ਐਡਰੈਸ ਕਰਦੇ ਆ ਤਾਂ ਉੱਥੇ ਵੱਖ-ਵੱਖ ਵਿਚਾਰ ਜਦੋਂ ਭਿੜਦੇ ਆ ਤੇ ਉਹਨਾਂ ਚੋਂ ਕੋਈ ਕੰਸੈਂਸਸ ਜਾਂ ਕੋਈ ਰਾਏ ਨਿਕਲਣੀ ਜਾਂ ਓਪੀਨੀਅਨ ਕ੍ਰੀਏਟ ਹੋਣਾ, ਉਹਦੀ ਬਜਾਏ ਇੱਕ ਲੜਾਈ ਕ੍ਰੀਏਟ ਹੋ ਜਾਂਦੀ ਹੈ। ਸੋ ਸਭ ਤੋਂ ਵੱਡਾ ਸਵਾਲ ਹੈ ਕਿ ਤੁਸੀਂ ਜਦੋਂ ਸੰਸਥਾਵਾਂ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਸਾਡਾ ਸਪੋਕਸ ਪਰਸਨ ਕੋਈ ਹੋਵੇ ਜਿਹੜਾ ਸਾਡੀ ਨੁਮਾਇੰਦਗੀ ਕਿਸੇ ਵੀ ਪੱਧਰ ਤੇ ਕਰੇ। ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਧਰਨਾ ਲੱਗ ਰਿਹਾ ਹਿਸਟਰੀ ਦੀ ਕਿਤਾਬ ਨੂੰ ਲੈ ਕੇ, ਤਾਂ ਤੁਹਾਡੀਆਂ ਇੰਸਟੀਟਿਊਸ਼ਨਸ ਫਾਈਨਲ ਕਰ ਸਕਣ ਕਿ ਤੁਹਾਡੀ ਸਟੇਟ ਤੁਹਾਡੇ ਧਰਮ ਬਾਰੇ ਕੀ ਪੜ੍ਹਾ ਰਹੀ, ਹਿਸਟਰੀ ਬਾਰੇ ਕੀ ਪੜ੍ਹਾ ਰਹੀ ਆ। ਉਹ ਤੁਹਾਡੀ ਸੰਸਥਾ ਮਜ਼ਬੂਤ ਹੋਣੀ ਚਾਹੀਦੀ, ਜਿਹਨੂੰ ਪੁੱਛੇ ਬਿਨਾਂ ਕੋਈ ਗੱਲ ਨਾ ਹੋਵੇ। ਫਿਰ ਤੁਸੀਂ ਇਸ ਵੇਲੇ ਸਿਵਲ ਸਰਵਿਸਿਜ਼ ਦੇ ਵਿੱਚ ਬਹੁਤ ਮਾਈਨਸ 'ਚ ਆ ਗਏ ਹੋ। ਨਵੇਂ ਜਿੰਨੇ ਵੀ ਲੋਕ ਆ ਰਹੇ ਆ, ਤੁਹਾਡੇ ਕੋਲ ਕੋਈ ਦਸਤਾਰਧਾਰੀ ਹੈ ਨਹੀਂ। ਜੇਕਰ ਤੁਸੀਂ ਇਹ ਜ਼ਿੰਮੇਵਾਰੀਆਂ ਨਹੀਂ ਲਓਗੇ ਤੇ ਕੌਣ ਲਊਗਾ? ਜੇਕਰ ਤੁਸੀਂ ਬਹੁਤ ਬਿਹਤਰ ਤਰੀਕੇ ਨਾਲ ਆਪਣੇ ਲੋਕਾਂ ਨੂੰ ਸਿੱਖਿਆ ਨਹੀਂ ਪ੍ਰਦਾਨ ਕਰ ਸਕੋਗੇ ਤਾਂ ਕੌਣ ਕਰੂਗਾ? ਸੋ ਮੈਨੂੰ ਲੱਗਦਾ ਹੈ ਕਿ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਇਹੀ ਬਹਿਸ ਚੱਲੀ ਜਾ ਰਹੀ ਆ ਕਿ ਕੋਈ ਠੀਕ ਵੀ ਹੈਗਾ ਕਿ ਨਹੀਂ ਹੈਗਾ। ਸੋ ਸਭ ਤੋਂ ਵੱਡਾ ਸੰਕਟ ਹੈ ਕਿ ਸਿੱਖ ਲੀਡਰਸ਼ਿਪ ਨਦਾਰਦ ਹੈ। ਇਸ ਵੇਲੇ ਕੋਈ ਕਿਸੇ ਨੂੰ ਮੰਨਣ ਲਈ ਤਿਆਰ ਹੈ ਨਹੀਂ।
ਸੋ ਹਰ ਜਗ੍ਹਾ ਤੇ ਬਹਿਸ ਚੱਲ ਰਹੀ ਹੈ ਤੇ ਬਹਿਸ ਆਖਰ 'ਚ ਲੜਾਈ ਤੱਕ ਤਬਦੀਲ ਹੁੰਦੀ ਹੈ। ਇਹ ਮਸਲੇ ਜਿਸ ਸੰਜੀਦਗੀ ਨਾਲ ਉਠਾਏ ਜਾਣੇ ਚਾਹੀਦੇ ਆ, ਅਸੀਂ ਵੀ ਸਿਰਫ ਉਹਦੇ ਵਿੱਚ ਸਤਹੀ ਪੱਧਰ ਤੇ ਵਿਚਰਨ ਵਾਲੇ ਲੋਕ ਆ। ਡਾਕਟਰ ਸਾਹਿਬ ਨੇ ਇੱਕ ਗੱਲ ਬੜੀ ਕਹੀ ਹੈ, ਮੇਰਾ 2 ਵਾਰੀ ਜ਼ਿਕਰ ਕੀਤਾ ਵੀ ਅਸੀਂ ਕੁਝ ਕਰ ਰਹੇ ਹਾਂ, ਮੈਨੂੰ ਲੱਗਦਾ ਅਸੀਂ ਕੁਝ ਵੀ ਨਹੀਂ ਕਰ ਰਹੇ। ਅਸੀਂ ਬਹੁਤ ਸਤਹੀ ਪੱਧਰ ਤੇ ਆ, ਇਨ ਡੈਪਥ ਜਾਣਾ ਅਜੇ ਬਾਕੀ ਆ। ਜਾਣਾ ਤਾਂ ਕੀ, ਉਹਦੇ ਤੇ ਗੱਲ ਹੋਣੀ ਬਾਕੀ ਆ। ਡਿਬੇਟ ਦੇ ਨਾਂ ਤੇ ਸਾਡੇ ਕੋਲ ਕੁਝ ਨਹੀਂ ਹੈਗਾ, ਆਪਾਂ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਸੋ ਡਾਕਟਰ ਬਲਕਾਰ ਸਿੰਘ, ਪ੍ਰੋਫੈਸਰ ਬਲਕਾਰ ਸਿੰਘ, ਜੇ ਮੈਨੂੰ ਆਗਿਆ ਦਿਓ ਤਾਂ ਆਪਾਂ ਹੁਣ ਵਾਈਂਡ ਅਪ ਕਰ ਦਈਏ, ਬਹੁਤ ਅੱਗੇ ਨਿਕਲ ਆਏ। ਹੋ ਗਈ ਡਾਕਟਰ ਜੋਧਕਾ ਬਹੁਤ, ਡਾਕਟਰ ਜੋਧਕਾ ਤੁਸੀਂ ਬਹੁਤ ਪਿਆਰੀਆਂ ਗੱਲਾਂ ਕੀਤੀਆਂ। ਡਾਕਟਰ ਬਲਕਾਰ ਸਿੰਘ, ਆਪ ਦੋਨਾਂ ਦਾ ਬਹੁਤ ਧੰਨਵਾਦ। ਮਿਹਰਬਾਨੀ ਜੀ, ਚੰਗਾ ਲੱਗਿਆ ਗੱਲ